ਲੱਖ ਡਾਲਰ ਦਾ ਟਰੱਕ ਆਪਾਂ ਯੂਜ਼ ਟਰੱਕ ਲੈਂਦੇ ਹਾਂ $1 ਲੱਖ ਦਾ, ਉਹ ਟਰੱਕ ਲੈ ਕੇ $1 ਲੱਖ ਦਾ ਨਾ ਜੀ $50 ਮੰਗਤਿਆਂ ਵਾਂਗੂ ਮੰਗਣੇ ਪੈਂਦੇ। ਭਾਜੀ ਇੱਥੇ ਤੁਸੀਂ ਘੱਟ ਦੇ ਤੇ ਮੈਨੂੰ, ਭਾਜੀ ਤੁਸੀਂ ਇੱਥੇ ਘੱਟ, ਸਰ ਭੈਣ ਜੀ ਆਹ ਦੇਖਿਓ ਮਾੜਾ ਜੀ ਮੇਰੀ ਪੇ ਘੱਟ ਆਈ ਆ। ਜਦੋਂ ਪੁੱਛਦੇ ਨੇ ਕਿ ਯਾਰ ਕਿਉਂ ਚੱਲੇ ਕੈਨੇਡਾ, ਉੱਥੇ ਬੜਾ ਲਾਅ ਐਂਡ ਆਰਡਰ ਆ ਜੀ, ਉੱਥੇ ਬੜਾ ਉੱਥੇ ਇਨਸਾਫ ਮਿਲਦਾ, ਉੱਥੇ ਜਸਟਿਸ ਮਿਲਦਾ। ਮੈਨੂੰ ਨਹੀਂ ਜਸਟਿਸ ਮਿਲਿਆ ਜੀ, ਮੈਨੂੰ ਤਾਂ ਕੋਈ ਜਸਟਿਸ ਨਹੀਂ ਇੱਥੇ ਦਿਖਿਆ। ਉਹੀ ਬਿਊਰੋਕ੍ਰੇਸੀ ਸਰ ਜੀ, ਉਹੀ ਮੇਰਾ ਖੁਦ ਦਾ ਕੇਸ ਚੱਲਦੇ ਨੂੰ ਅੱਜ 18 ਮਹੀਨੇ ਹੋ ਚੱਲੇ ਆ। $23,000 ਮੇਰਾ ਕੰਪਨੀ ਨੇ ਮਾਰਿਆ ਹੋਇਆ, ਅਪੀਲਾਂ ਦਲੀਲਾਂ ਅੱਜ ਕਰਦੇ ਆ, ਇੱਕ ਚਿੱਠੀ ਤੈਨੂੰ ਪਾਤੀ, ਇੱਕ ਚਿੱਠੀ ਮੈਨੂੰ ਪਾ ਦਿੱਤੀ ਆ, ਇਹਦਾ ਜਵਾਬ ਦੇ ਦਿਓ, ਇਹਦਾ ਜਵਾਬ ਦੇ ਦਿਓ। ਪਹਿਲੀ ਤਨਖਾਹ ਜਦੋਂ ਮੈਂ ਲੈਣ ਗਿਆ ਤਾਂ ਮੈਨੂੰ ਕਹਿੰਦੇ ਵੀ ਕਾਰਪੋਰੇਸ਼ਨ ਲੈ ਕੇ ਆਓ ਤੁਸੀਂ। ਕੰਪਨੀ ਮੈਨੂੰ ਕਹਿੰਦੀ, ਮੈਂ ਕਿਹਾ ਜੀ ਕਾਰਪੋਰੇਸ਼ਨ ਤਾਂ ਮੈਂ ਸੁਣਿਆ ਨਹੀਂ ਕੀ ਚੀਜ਼ ਹੁੰਦੀ ਆ ਪਹਿਲੀ ਵਾਰ, ਹੈ ਨਾ। ਜਾਂ $1 ਲੱਖ ਇੱਕ ਡਰਾਈਵਰ ਕਮਾਉਂਦਾ ਆ, ਦੈਟਸ ਅ ਗੁੱਡ ਈਅਰ, ਹੈ ਨਾ। ਉਹਦੇ ਵਿੱਚ ਲਗਭਗ $8,000 ਤੋਂ $10,000 ਐਂਡ ਦੇ ਵਿੱਚ ਬਣਿਆ ਹੁੰਦਾ। ਮੈਨੂੰ ਨਹੀਂ ਲੱਗਦਾ ਵੀ ਆਪਣੇ ਸਰੋਤ ਮੇਰੇ ਕਰਕੇ ਫਰੈਂਡ ਸਰਕਲ ਦੇ ਵਿੱਚ ਲੋਕ ਇੱਦਾਂ ਦੇ ਆ ਜਿਨ੍ਹਾਂ ਨੇ SCRA ਨਾਲ ਕਿਸ਼ਤਾਂ ਕੀਤੀਆਂ ਹੋਈਆਂ ਆ। ਉਹ $8,000-10,000 ਕਿਸੇ ਕੋਲ ਵੀ ਨਹੀਂ ਹੋਣਾ ਇਕੱਠਾ HST ਦਾ ਦੇਣ ਦਾ। ਜਦੋਂ ਬਾਅਦ ਦੇ ਵਿੱਚ ਇੱਕ ਟਾਈਮ ਤਾਂ ਭਰਨਾ ਤਾਂ ਪੈਣਾ ਆ ਨਾ। ਜਦੋਂ ਆਪਾਂ ਕਿਤੇ ਕੋਈ ਲੋਨ ਲੈਣ ਜਾਂਦੇ ਆ, ਉਹ ਸਭ ਤੋਂ ਪਹਿਲੀ ਇਹੀ ਗੱਲ ਕਹਿੰਦੇ ਆ ਕਿ ਨਹੀਂ ਜੀ ਤੁਸੀਂ ਕਾਰਪੋਰੇਸ਼ਨ 'ਤੇ ਕੰਮ ਕਰਦੇ ਆ, ਅਸੀਂ ਤੁਹਾਨੂੰ ਘਰ ਨਹੀਂ ਦੇ ਸਕਦੇ ਜਾਂ ਲੋਨ ਨਹੀਂ ਦੇ ਸਕਦੇ। ਬਾਕੀ ਤਰੀਕੇ ਬਹੁਤ ਆ ਜੀ, ਤੁਹਾਨੂੰ ਪਤਾ ਜੋ ਕਰਦੇ ਹੀ ਆਪਣੇ ਮੌਰਗੇਜ ਵਾਲੇ ਬੜਿਆ ਕੁਛ ਕਰਦੇ ਆ, ਪੇਪਰ ਪੂਪਰ ਬਣਾ ਕੇ ਜੁਗਾੜ ਤਾਂ ਲਗਾ ਹੀ ਲੈਂਦੇ ਆ ਆਪਣੇ ਦੇਸੀ ਬੰਦੇ। ਜ਼ਿਆਦਾਤਰ ਡਿਸਪਿਊਟ ਅਸੀਂ ਸ਼ਮੀਲ ਜੀ ਦੇਖਿਆ ਸਿਰਫ ਈਗੋ ਦੇ ਆ, ਕੁਛ ਨਹੀਂ। ਤੂੰ ਮੇਰਾ ਕੰਮ ਛੱਡ ਕੇ ਚੱਲਣਾ ਆ, ਤੂੰ ਮੈਨੂੰ ਨਾ ਕਰ ਦਿੱਤੀ, ਤੂੰ ਮੈਨੂੰ ਛੁੱਟੀ ਦਾ ਨਹੀਂ ਦੱਸਿਆ, ਸਾਨੂੰ 1 ਹਫ਼ਤੇ ਪਹਿਲਾਂ ਛੁੱਟੀ, ਕਿਸੇ ਨੂੰ ਐਮਰਜੈਂਸੀ ਆ ਗਈ, ਕਿਸੇ ਦਾ ਕੁਛ, ਵੀ ਹੈਵ ਏ ਰਾਈਟ ਟੂ ਰਿਫਿਊਜ਼। ਇੰਨੀ ਵਧੀਆ ਕੰਟਰੀ ਸ਼ਮੀਲ ਜੀ ਆਪਾਂ ਆਏ ਆ, ਜੇ ਆਪਾਂ ਟੈਕਸ ਨਹੀਂ ਪੇ ਕਰਾਂਗੇ, ਆਪਾਂ ਰੋਂਦੇ ਆ ਜੀ ਇੱਥੇ ਜੀ ਹਸਪੀਟਲ ਨਹੀਂ ਠੀਕ ਹੈਗਾ ਜੀ, ਇਹ ਕੁਛ ਨਹੀਂ ਕਰਦੀ ਜੀ ਸਰਕਾਰ, ਫਲਾਨਾ ਜੀ ਧਮਕਾਨਾ ਜੀ। ਯਾਰ ਇੰਨੀ ਵਧੀਆ ਕੰਟਰੀ 'ਚ ਆਪਾਂ ਇਹੀ ਕੁਛ ਤਾਂ ਆਪਾਂ ਪਿੱਛੇ ਛੱਡ ਕੇ ਆਏ ਸੀਗੇ ਨਾ। ਪੈਸੇ ਇਹਨਾਂ ਨੇ ਤੁਹਾਨੂੰ ਗੂਗਲ ਦੇ ਰਸਤੇ ਤੋਂ ਦੇਣੇ ਆ, ਗੂਗਲ ਦੇ ਪੈਸੇ ਦੇਖ ਕੇ, ਗੂਗਲ ਦੇ ਮਾਈਲਸ ਦੇਖ ਕੇ, ਤੇ ਟਰੱਕ ਤੁਹਾਡੇ ਤੋਂ ਚਲਵਾਉਣਾ ਹੈਗਾ ਇਹਨਾਂ ਨੇ PC ਮਾਈਲਰ ਦੇ ਤੋਂ। ਜਿਹੜਾ ਟਰੱਕ ਰੂਟ ਆ ਉਹ ਕਾਰ ਰੂਟ ਤੋਂ ਵੱਖਰਾ ਆ, ਲੰਬਾ ਹੁੰਦਾ ਆ, ਕਈ ਵਾਰ ਤਾਂ ਡੇਢਾ ਹੁੰਦਾ ਆ। ਕੰਮ ਤੁਸੀਂ ਵੱਧ ਕਰ ਰਹੇ ਆ, ਪੈਸੇ ਤੁਹਾਨੂੰ ਘੱਟ ਮਿਲ ਰਹੇ ਆ। ਤੇ ਜੋ ਗੱਲਬਾਤ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਉਹ ਡਰਾਈਵਰ ਇੰਕ ਮਾਡਲ ਨੂੰ ਲੈ ਕੇ ਚੱਲ ਰਹੀ ਹੈ। ਡਰਾਈਵਰ ਇੰਕ ਇੱਕ ਪੋਪੂਲਰ ਟਰਮ ਹੈ, ਵੈਸੇ ਇਹ ਕੋਈ CRA ਦੀ ਟਰਮ ਨਹੀਂ ਹੈ, ਜਿਹਦਾ ਮਤਲਬ ਸਿੰਪਲੀ ਇੰਨਾ ਹੀ ਹੈ ਕਿ ਜਦੋਂ ਟਰੱਕ ਡਰਾਈਵਰ ਟਰੱਕਿੰਗ ਕੰਪਨੀਜ਼ ਨਾਲ ਐਜ਼ ਇੰਪਲੋਈ ਕੰਮ ਨਹੀਂ ਕਰਦੇ, ਬਲਕਿ ਆਪਣੀ ਕਾਰਪੋਰੇਸ਼ਨ ਬਣਾ ਕੇ ਉਹਨਾਂ ਤੋਂ ਚੈੱਕ ਲੈਂਦੇ ਨੇ ਅਤੇ ਇਸ ਤਰ੍ਹਾਂ ਇੱਕ ਕੰਟਰੈਕਟਰ ਦੇ ਤੌਰ 'ਤੇ ਕੰਮ ਕਰਦੇ ਨੇ। ਅਤੇ ਇਹਦੇ ਬਾਰੇ ਬਹੁਤ ਸਾਰੀ ਗੱਲਬਾਤ ਹੋ ਗਈ ਹੈ। ਜਿਹੜੀ CRA ਹੈ ਉਹਨਾਂ ਨੇ ਕੁਛ ਗਾਈਡਲਾਈਨਸ ਪਿਛਲੇ ਟਾਈਮ 'ਚ ਅਪਡੇਟ ਕੀਤੀਆਂ ਸੀ ਤਾਂ ਕਿ ਉਹਨਾਂ ਦੀ ਨਜ਼ਰ 'ਚ ਇਹ ਟੈਕਸ ਚੋਰੀ ਦਾ ਇੱਕ ਤਰੀਕਾ ਜਿਸ ਨੂੰ ਉਹ ਡਿਸਕਰੇਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਤੇ ਇਹਦੇ ਹੋਰ ਵੀ ਬਹੁਤ ਸਾਰੇ ਪਹਿਲੂ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕੀਤੀ, ਪਰ ਅੱਜ ਅਸੀਂ ਇੱਕ ਖਾਸ ਪੱਖ 'ਤੇ ਗੱਲ ਕਰਨੀ ਹੈ। ਉਹ ਇਹ ਹੈ ਕਿ ਇਹ ਜਿਹੜੇ ਮਾਡਲ ਚੱਲ ਰਹੇ ਨੇ ਦੋਵੇਂ, ਜੇ ਇੱਕ ਪਾਸੇ ਇਹ ਕਾਰਪੋਰੇਸ਼ਨ ਵਾਲਾ ਮਾਡਲ, ਦੂਜੇ ਪਾਸੇ ਐਜ਼ ਇੰਪਲੋਈ ਕੰਮ ਕਰਨਾ, ਇਹਨਾਂ ਦਾ ਜਿਹੜੇ ਵਰਕਰਸ ਦੇ ਕੰਮ ਕਰਨ ਵਾਲਿਆਂ ਦੇ ਟਰੱਕਰਸ ਦੇ ਜਿਹੜੇ ਰਾਈਟਸ ਨੇ, ਉਹਨਾਂ ਦੀਆਂ ਜਿਹੜੀਆਂ ਵਰਕ ਕੰਡੀਸ਼ਨਸ ਨੇ, ਉਹਨਾਂ ਦੀ ਜੋ ਐਕਸਪਲੋਇਟੇਸ਼ਨ ਹੁੰਦੀ ਹੈ ਜਾਂ ਉਹਨਾਂ ਦੀ ਵੇਜ ਥੈਫਟ ਦਾ ਇਸ਼ੂ ਹੈ, ਇਹ ਵੀ ਬਹੁਤ ਡਿਸਕਸ ਹੋਇਆ। ਉਸ ਪੱਖ ਤੋਂ ਇਸ ਚੀਜ਼ ਦਾ ਕੀ ਫ਼ਰਕ ਪੈਂਦਾ, ਸੋ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨਿਕ ਸਿੰਘ ਨੇ, ਜਿਹੜੇ ਕਿ ਐਕਟਿਵਿਸਟ ਨੇ ਔਰ ਇਸ ਮੁੱਦੇ ਦੇ ਉੱਤੇ ਕੰਮ ਕਰ ਰਹੇ ਨੇ। ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਨੌਜਵਾਨ ਸਪੋਰਟ ਨੈਟਵਰਕ ਪਿਛਲੇ ਟਾਈਮ 'ਚ ਸਾਹਮਣੇ ਆਈ, ਉਹਦੇ ਨਾਲ ਇਹ ਜੁੜੇ ਹੋਏ ਨੇ ਅਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਨਿਕ ਸਿੰਘ ਜੀ, ਬਹੁਤ ਬਹੁਤ ਸਵਾਗਤ ਤੁਹਾਡਾ, ਸ਼ੁਕਰੀਆ ਤੁਸੀਂ ਆਏ ਹੋ। ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਸੋ ਅਸੀਂ ਸਾਡਾ ਫੋਕਸ ਜ਼ਿਆਦਾ ਸਿਰਫ ਵਰਕਰਸ ਦੇ ਰਾਈਟਸ ਦੇ ਪੱਖ ਤੋਂ ਹੀ ਰਹਿਣਾ, ਤੁਸੀਂ ਕਿਉਂਕਿ ਕਾਫੀ ਇਸ 'ਤੇ ਕੰਮ ਕਰਦੇ ਰਹਿੰਦੇ ਹੋ, ਸੋ ਉਹਦੇ ਨਾਲ ਅਸੀਂ ਜੋੜ ਕੇ ਜਦੋਂ ਦੇਖਦੇ ਹਾਂ, ਕਿਉਂਕਿ ਇਹੋ ਜਿਹੇ ਇੱਕ ਨਹੀਂ ਸੈਂਕੜੇ ਹਜ਼ਾਰਾਂ ਕੇਸ ਆਉਂਦੇ ਨੇ ਜਦੋਂ ਟਰੱਕਰ, ਖਾਸ ਕਰਕੇ ਜਿਹੜੇ ਨਵੇਂ ਟਰੱਕਰਸ ਨੇ, ਉਹ ਸ਼ਿਕਾਇਤ ਕਰਦੇ ਨੇ ਕਿ ਜੀ ਸਾਡੀਆਂ 2 ਵੇਜਸ ਮਾਰ ਲਈਆਂ, ਸਾਡੀਆਂ 3 ਰੱਖ ਲਈਆਂ, ਸਾਨੂੰ ਪੈਸੇ ਨਹੀਂ ਦਿੱਤੇ, ਅਤੇ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਡਿਸਪਿਊਟਸ ਹੁੰਦੇ ਨੇ। ਜਦੋਂ ਉਹਨਾਂ ਦੇ ਆਪਾਂ ਹੱਲ ਦੀ ਗੱਲ ਕਰਦੇ ਹਾਂ ਅਤੇ ਉਸ ਪੱਖ ਤੋਂ ਇਹ ਜਿਹੜੇ ਦੋਵੇਂ ਮਾਡਲਸ ਨੇ, ਇਹਨਾਂ ਦਾ ਜਿਹੜਾ ਫ਼ਰਕ ਹੈ ਉਸ ਪੱਖ ਤੋਂ ਗੱਲ ਕਰੋ। ਤੁਹਾਡਾ ਕੀ ਹੁਣ ਤੱਕ ਦਾ ਜਿਹੜਾ ਤੁਹਾਡਾ ਕੰਮ ਹੈ ਉਹਦੇ 'ਚ ਤੁਹਾਨੂੰ ਕੀ ਸਮਝ ਆਇਆ? ਓਕੇ, ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਫॉर ਹੈਵਿੰਗ ਮੀ ਔਨ ਦਾ ਸ਼ੋ, ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਜਿਹੜਾ ਇਹ ਡਰਾਈਵਰ ਇਨਕਾਰਪੋਰੇਸ਼ਨ ਮਾਡਲ ਆ ਨਾ ਜੀ, ਇਹ ਮਾਡਲ ਬਹੁਤ ਫਲॉड ਮਾਡਲ ਆ, ਅਤੇ ਇਸ ਮਾਡਲ ਬਾਰੇ ਮੈਨੂੰ ਤਾਂ ਆ ਕੇ ਕੈਨੇਡਾ 'ਚ ਹੀ ਪਤਾ ਲੱਗਾ। ਆਈ ਬੀਨ ਟੂ ਫਿਊ ਕੰਟਰੀਜ਼ ਬਿਫੋਰ ਮੂਵਿੰਗ ਟੂ ਕੈਨੇਡਾ, ਅਤੇ ਇਹ ਮੈਨੂੰ ਲੱਗਦਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਆਪਣੇ ਬੰਦੇ ਲੂਪ ਹੋਲ ਲੱਭਣ ਦੇ ਵਿੱਚ
ਕਾਫੀ ਕਹਿ ਲਓ ਕਿ ਉਸਤਾਦ ਨੇ ਪ੍ਰੋਮੀਨੈਂਟ ਨੇ, ਤੇ ਇੱਧਰ ਆਪਣੇ ਬੰਦਿਆਂ ਨੇ ਲੂਪ ਹੋਲ ਕਹਿੰਦੇ ਜੀ ਇਹ ਲੱਭ ਕੇ ਰੱਖ ਲਿਆ ਸੀਗਾ। ਕਿਉਂਕਿ ਜਦੋਂ ਮੈਂ ਪਹਿਲਾਂ 18 ਦੇ ਵਿੱਚ ਆ ਕੇ ਟਰੱਕਿੰਗ ਸ਼ੁਰੂ ਕੀਤੀ ਤੇ ਪਹਿਲੀ ਤਨਖਾਹ ਜਦੋਂ ਮੈਂ ਲੈਣ ਗਿਆ ਤੇ ਮੈਨੂੰ ਕਹਿੰਦੇ ਵੀ ਕਾਰਪੋਰੇਸ਼ਨ ਲੈ ਕੇ ਆਓ ਤੁਸੀਂ, ਕੰਪਨੀ ਮੈਨੂੰ ਕਹਿੰਦੀ। ਮੈਂ ਕਿਹਾ ਜੀ ਕਾਰਪੋਰੇਸ਼ਨ ਤਾਂ ਮੈਂ ਸੁਣਿਆ ਨਹੀਂ ਕੀ ਚੀਜ਼ ਹੁੰਦੀ ਆ ਪਹਿਲੀ ਵਾਰ, ਹੈ ਨਾ। ਤੇ ਜਦੋਂ ਚੈੱਕਾਂ ਦੀ ਗੱਲ ਆਈ ਤੇ ਫਿਰ ਕਾਰਪੋਰੇਸ਼ਨ ਜਿਹੜੇ ਸੇਫਟੀ ਵਾਲੇ ਸੀ ਉਹਨੇ ਕਾਰਪੋਰੇਸ਼ਨ ਲੈ ਕੇ ਆਓ, ਤੇ ਫਿਰ ਮੈਂ ਜਾ ਕੇ ਆਪਣੀ CRA ਨੂੰ ਉਹਨੂੰ ਅਕਾਊਂਟੈਂਟ ਨੂੰ ਪੁੱਛਿਆ। ਉਹਨੇ ਪਹਿਲਾਂ ਤਾਂ $300-400 ਲੈ ਕੇ ਕਾਰਪੋਰੇਸ਼ਨ ਬਣਾਈ ਜੀ। ਫਿਰ ਜਿਹੜਾ ਮੇਰਾ ਪਹਿਲਾ ਚੈੱਕ ਆ ਮੈਨੂੰ ਉਹ ਲਗਭਗ 2 ਮਹੀਨੇ ਬਾਅਦ ਮਿਲਿਆ ਕਾਰਪੋਰੇਸ਼ਨ ਦੇ ਉੱਪਰ। ਬਾਅਦ ਦੇ ਵਿੱਚ ਇਹਦੇ ਬਾਰੇ ਪੜ੍ਹਨਾ ਸ਼ੁਰੂ ਕੀਤਾ, ਦੇਖਣਾ ਸ਼ੁਰੂ ਕੀਤਾ, ਅਤੇ ਦੇਖਿਆ ਕਿ ਇਹ ਮਾਡਲ ਬਹੁਤ ਫਲॉड ਆ। ਇਹਦੇ ਵਿੱਚ ਜਿਹੜੇ ਇੱਕ ਇੰਪਲੋਈ ਦੇ ਰਾਈਟਸ ਆ, ਇੱਕ ਡਰਾਈਵਰ ਦੇ ਰਾਈਟਸ ਆ, ਉਹ ਬਹੁਤ ਐਕਸਪੰਜ ਕੀਤੇ ਜਾਂਦੇ ਆ, ਉਹਦੇ ਵਿੱਚ ਬਹੁਤ ਦਬਾਏ ਜਾਂਦੇ ਆ। ਆਪਾਂ ਜ਼ਿਆਦਾਤਰ ਕਿ ਨਾ ਜਿਹੜਾ ਇਹਦੇ ਵਿੱਚ ਇੱਕ ਸੁਪਨਾ ਦਿਖਾਇਆ ਗਿਆ ਆ, ਸ਼ਾਰਟ ਟਰਮ ਦਾ ਸੁਪਨਾ ਆ ਕਿ ਜੀ ਤੁਹਾਨੂੰ ਅਪਫਰੰਟ HST ਮਿਲ ਜਾਂਦੀ ਆ ਅਤੇ ਤੁਸੀਂ ਥੋੜ੍ਹੇ ਜਿਹੇ ਪੈਸੇ ਵੱਧ ਕਮਾ ਲੈਂਦੇ ਆ। ਪਰ ਜਦੋਂ ਅਸੀਂ ਐਂਡ ਦੇਖਦੇ ਹਾਂ, ਐਂਡ ਆਫ ਦਾ ਈਅਰ, ਇਹ ਹੋਰ ਸਰੋਤੇ ਵੀ ਮੇਰੇ ਨਾਲ ਇਸ ਚੀਜ਼ 'ਤੇ ਉਹ ਐਗਰੀ ਕਰਨਗੇ, ਐਂਡ ਆਫ ਦਾ ਈਅਰ ਜਦੋਂ ਟੈਕਸ ਬਣ ਜਾਂਦਾ ਇਕੱਠਾ ਹੋ ਗਿਆ, ਇੱਕ ਆਪਾਂ ਜਦੋਂ ਦੇਖਦੇ ਹਾਂ $80,000 ਜਾਂ $1 ਲੱਖ ਇੱਕ ਡਰਾਈਵਰ ਕਮਾਉਂਦਾ ਆ, ਦੈਟਸ ਅ ਗੁੱਡ ਈਅਰ, ਹੈ ਨਾ। ਉਹਦੇ ਵਿੱਚ ਲਗਭਗ $8,000 ਤੋਂ $10,000 ਐਂਡ ਦੇ ਵਿੱਚ ਬਣਿਆ ਹੁੰਦਾ। ਮੈਨੂੰ ਨਹੀਂ ਲੱਗਦਾ ਵੀ ਆਪਣੇ ਸਰੋਤੇ, ਮੇਰੇ ਕਰਕੇ ਫਰੈਂਡ ਸਰਕਲ ਦੇ ਵਿੱਚ ਲੋਕ ਇੱਦਾਂ ਦੇ ਆ ਜਿਨ੍ਹਾਂ ਨੇ CRA ਨਾਲ ਕਿਸ਼ਤਾਂ ਕੀਤੀਆਂ ਹੋਈਆਂ ਆ। ਉਹ $8,000-10,000 ਕਿਸੇ ਕੋਲ ਵੀ ਨਹੀਂ ਹੋਣਾ ਇਕੱਠਾ HST ਦਾ ਦੇਣ ਦਾ, ਜਦੋਂ ਬਾਅਦ ਦੇ ਵਿੱਚ ਇੱਕ ਟਾਈਮ ਤਾਂ ਭਰਨਾ ਤਾਂ ਪੈਣਾ ਆ ਨਾ। ਉਹ ਇਹ ਤੋਂ ਚੰਗਾ ਕਿਉਂ ਨਾ ਅਸੀਂ ਜਿਹੜਾ ਸਹੀ ਮਾਡਲ ਆ ਸੈਕਸ਼ਨ 3 ਦੇ ਵਿੱਚ, ਜਿਹਦੇ ਵਿੱਚ ਸੈਕਸ਼ਨ 3 ਦਾ ਪਾਰਟ 1 ਆ ਲੇਬਰ ਕੋਡ ਦਾ, ਕੈਨੇਡਾ ਲੇਬਰ ਕੋਡ ਦਾ, ਉਹਦੇ ਤਹਿਤ ਆਪਾਂ ਕੰਮ ਕਰੀਏ, ਜਿਹਦੇ ਵਿੱਚ ਤੁਹਾਡਾ ਚਲੋ ਇਹ ਗਲਤ ਹੈ ਜਾਂ ਠੀਕ ਹੈ, ਆਪਾਂ ਉਸ ਪਾਸੇ ਵੀ ਨਹੀਂ ਜਾਂਦੇ। ਜੇ ਸਿੰਪਲ ਅਸੀਂ ਕੈਲਕੂਲੇਸ਼ਨ ਕਰੀਏ ਜੀ, ਕਈ ਇਹ ਕਹਿੰਦੇ ਨੇ ਕਿ ਇਹਦੇ 'ਚ ਅਸੀਂ ਫਿਰ ਟੈਕਸ ਬਹੁਤਾ ਦਿੰਦੇ ਨਹੀਂ, ਅਸੀਂ ਖਰਚੇ ਪਾ ਦਿੰਦੇ ਹਾਂ, ਅਤੇ ਇਸ ਕਰਕੇ ਅਸੀਂ ਕੁੱਲ ਮਿਲਾ ਕੇ ਨਹੀਂ, ਇਹ ਗੱਲ ਮੈਂ ਤਾਂ ਨਹੀਂ ਇਸ ਗੱਲ 'ਤੇ ਯਕੀਨ ਕਰਦਾ ਜੀ। ਇੱਕ ਤਾਂ ਜਿਹੜਾ ਪਹਿਲਾਂ ਤੁਹਾਨੂੰ ਮੈਂ ਪੁਆਇੰਟ ਦੱਸਿਆ, ਇੱਕ ਤਾਂ ਐਂਡ ਆਫ ਦਾ ਈਅਰ ਸਾਨੂੰ ਐਡੀ ਵੱਡੀ ਰਕਮ ਦੇਣੀ ਪੈਂਦੀ ਆ। ਦੂਜੇ ਨੰਬਰ 'ਤੇ ਆਪਾਂ ਆਪਣੇ ਕਿੰਨੀਆਂ ਚੀਜ਼ਾਂ ਛੱਡਦੇ ਪਏ ਆ ਸ਼ਾਰਟ ਟਰਮ ਗੋਲ ਲਈ, ਜਿਹਦੇ ਵਿੱਚ ਸਾਡਾ ਸਭ ਤੋਂ ਵੱਡਾ ਟਰੱਕਾਂ ਲਈ ਆ ਓਵਰਟਾਈਮ ਦਾ ਮਤਲਬ ਇਹ ਕਨਸੈਪਟ ਹੀ ਹੈ ਨਹੀਂ, ਸਮਝਿਆ ਹੀ ਨਹੀਂ ਕਿਸੇ ਨੇ, ਨਾ ਕਿਸੇ ਨੂੰ ਪਤਾ ਹੀ ਲੱਗਦਾ। ਮੈਨੂੰ ਲੱਗਦਾ ਵੀ ਇੱਥੇ ਕਿ ਆਪਾਂ ਨਾ ਹੀ ਆਪਣੇ ਹੱਕਾਂ ਦੇ ਪ੍ਰਤੀ ਆਪਾਂ ਇੰਨੇ ਜਾਗਰੂਕ ਹੈਗੇ ਕਿ ਯਾਰ ਆਪਾਂ ਓਵਰਟਾਈਮ ਲੈਣਾ ਹੀ ਨਹੀਂ। ਆਪਾਂ ਇੱਕ ਟਰੱਕਰ ਸਰ ਦੇਖੋ 13 ਤੋਂ 16 ਘੰਟੇ ਕੰਮ ਕਰਦਾ ਹੈ ਕੈਨੇਡਾ ਦੇ ਵਿੱਚ, ਅਤੇ ਆਫਟਰ 8 ਆਵਰ ਤਾਂ ਮੇਰੇ ਖਿਆਲ ਨਾਲ ਓਵਰਟਾਈਮ ਸ਼ੁਰੂ ਹੋ ਜਾਂਦਾ ਆ। ਆਪਾਂ ਘਰਾਂ ਤੋਂ ਵੀ ਦੂਰ ਰਹਿੰਦੇ ਹਾਂ, ਆਪਾਂ ਇੰਨੀ ਮਿਹਨਤ ਵੀ ਕਰਦੇ ਹਾਂ, ਅਤੇ ਆਪਾਂ ਇੰਨੀਆਂ ਚੀਜ਼ਾਂ ਛੱਡੀ ਜਾਂਦੇ ਪਏ ਹਾਂ, ਓਵਰਟਾਈਮ, ਵਕੇਸ਼ਨ ਪੇ, ਸੈਵਰੈਂਸ ਪੇ, CPP, ਹੋਰ ਪਤਾ ਨਹੀਂ ਕਿੰਨਾ ਕੁਛ, ਅਤੇ ਪਲੱਸ ਜਿਹੜੀਆਂ ਹੈਲਥ ਦੇ ਬੈਨੀਫਿਟਸ ਹੁੰਦੇ ਹੈਗੇ ਆ ਉਹ ਛੱਡੀ ਜਾਂਦੇ ਪਏ ਹੈਗੇ। ਜਦੋਂ ਆਪਾਂ ਨੂੰ ਕੋਈ ਘਰ ਦੇ ਵਿੱਚ ਆਪਣੇ ਬੱਚੇ ਹੀ ਆ, ਆਪਾਂ ਨੂੰ ਘਰ ਦੇ ਵਿੱਚ ਜਦੋਂ ਕਿਸੇ ਡੈਂਟਲ ਪ੍ਰੋਬਲਮ ਪੈ ਜਾਂਦੀ ਆ ਜਾਂ ਕੋਈ ਹੋਰ ਪ੍ਰੋਬਲਮ ਪੈ ਜਾਂਦੀ ਆ, ਪ੍ਰਸਕ੍ਰਿਪਸ਼ਨਸ ਨੇ, ਉਹ ਚੀਜ਼ਾਂ ਆਪਾਂ ਨੂੰ ਦਿਖਦੀਆਂ ਹੀ ਨਹੀਂ। ਆਪਾਂ ਨੂੰ ਸਿਰਫ ਇੱਕ ਸ਼ਾਰਟ ਟਰਮ ਜਿਹੜਾ ਉਹ ਦਿਖਦਾ ਕਿ ਸ਼ਾਇਦ ਸਾਡੇ ਕੋਲ ਹੁਣ ਕੈਸ਼ ਜ਼ਿਆਦਾ ਆ ਰਿਹਾ ਅਤੇ ਲੈਟਸ ਗੋ ਵਿਦ ਦੈਟ। ਬਟ ਨਹੀਂ, ਜਦੋਂ ਆਪਾਂ ਕਿਤੇ ਕੋਈ ਲੋਨ ਲੈਣ ਜਾਂਦੇ ਹਾਂ, ਉਹ ਸਭ ਤੋਂ ਪਹਿਲੀ ਇਹੀ ਗੱਲ ਕਹਿੰਦੇ ਆ ਕਿ ਨਹੀਂ ਜੀ ਤੁਸੀਂ ਕਾਰਪੋਰੇਸ਼ਨ 'ਤੇ ਕੰਮ ਕਰਦੇ ਆ, ਅਸੀਂ ਤੁਹਾਨੂੰ ਘਰ ਨਹੀਂ ਦੇ ਸਕਦੇ ਜਾਂ ਲੋਨ ਨਹੀਂ ਦੇ ਸਕਦੇ। ਬਾਕੀ ਤਰੀਕੇ ਬਹੁਤ ਆ ਜੀ, ਤੁਹਾਨੂੰ ਪਤਾ ਜੋ ਕਰਦੇ ਹੀ ਆਪਣੇ ਮੌਰਗੇਜ ਵਾਲੇ ਬੜਿਆ ਕੁਛ ਕਰਦੇ ਆ, ਪੇਪਰ ਪੂਪਰ ਬਣਾ ਕੇ ਜੁਗਾੜ ਤਾਂ ਲਗਾ ਹੀ ਲੈਂਦੇ ਆ ਆਪਣੇ ਦੇਸੀ ਬੰਦੇ। ਸੋ ਕੁੱਲ ਮਿਲਾ ਕੇ ਤੁਹਾਨੂੰ ਲੱਗਦਾ ਵੀ ਚਾਹੇ ਫਾਈਨੈਂਸ਼ੀਅਲ ਪੱਖ ਤੋਂ ਦੇਖ ਲਈਏ ਜੀ, ਅਤੇ ਚਾਹੇ ਜਿਹੜੀਆਂ ਤੁਹਾਡੇ ਵਰਕ ਕੰਡੀਸ਼ਨਸ ਨੇ ਉਹਨਾਂ ਦੇ ਪੱਖ ਤੋਂ ਦੇਖ ਲਈਏ, ਇਹ ਸਿਸਟਮ ਬਹੁਤ ਫਲॉड ਆ ਜੀ, ਬਹੁਤ ਫਲॉड ਸਿਸਟਮ ਆ। ਇਹ ਜ਼ਿਆਦਾ ਕਹਿ ਲਓ ਕਿ ਮਤਲਬ ਮੈਂ ਟਾਰਗੇਟ ਨਹੀਂ ਕਰਨਾ ਚਾਹੁੰਦਾ, ਇੰਪਲੋਇਡ ਦੇ ਫੇਵਰ ਦਾ ਇੰਪਲੋਇਰ ਦੇ ਫੇਵਰ ਦਾ ਸਿਸਟਮ ਆ। ਤੁਸੀਂ ਕਿਉਂਕਿ ਗੱਲ ਜਿੱਥੋਂ ਆਪਾਂ ਸ਼ੁਰੂ ਕੀਤੀ ਆ ਮੇਨਲੀ ਹੈਗੀ ਆ ਐਕਸਪਲੋਇਟੇਸ਼ਨ ਦੀ, ਵੇਜ ਥੈਫਟ ਦੀ। ਜੀ ਤੁਹਾਡੇ ਕੋਲ ਬਹੁਤ ਸਾਰੇ ਕੇਸ ਆਉਂਦੇ, ਤੁਹਾਡੀ ਆਰਗੇਨਾਈਜੇਸ਼ਨ ਵੀ ਇਹ ਕੰਮ ਕਰਦੀ ਹੈ ਜੀ। ਹੁਣ ਉਸ ਐਂਗਲ ਤੋਂ ਤੁਹਾਨੂੰ ਕੀ ਫਰਕ ਲੱਗਦਾ ਇਹਦੇ 'ਚ? ਉਸ ਐਂਗਲ ਤੋਂ ਇਹ ਫਾਇਦਾ ਲੱਗਦਾ ਜੀ, ਜਦੋਂ ਐਂਡ ਆਫ ਦਾ ਜਿਹੜੀ ਤੁਹਾਡੀ ਇੰਪਲੋਇਮੈਂਟ ਟਰਮ ਆ, ਜੇ ਮੰਨ ਲਓ ਤੁਹਾਡਾ ਕਿਸੇ ਨਾਲ ਡਿਸਪਿਊਟ ਪੈ ਗਿਆ, ਕੋਈ ਕਿਤੇ ਟਰੱਕ ਲੱਗ ਗਿਆ, ਪਹਿਲੀ ਗੱਲ ਤਾਂ ਜਿਹੜਾ ਸੈਕਸ਼ਨ 254 ਆ, ਸੈਕਸ਼ਨ 3 ਦਾ ਸਬ ਸੈਕਸ਼ਨ 254 ਆ ਲੇਬਰ ਲਾਅ ਦਾ, ਉਹ ਇਹ ਕਹਿੰਦਾ ਕਿ ਇੱਕ ਇੰਪਲੋਈ ਤੋਂ ਤੁਸੀਂ, ਇੱਕ ਟਰੱਕ ਡਰਾਈਵਰ ਤੋਂ ਤੁਸੀਂ ਕੋਈ ਵੀ ਪੈਸਾ ਡਿਡਕਸ਼ਨ ਨਹੀਂ ਕਰ ਸਕਦੇ। ਕੋਈ ਇਹ ਕਾਨੂੰਨੀ ਤੌਰ 'ਤੇ ਇਹ ਲੋਕ ਸਰੋਤੇ ਆਪਣੇ ਲੱਕ ਨਾਲ ਬੰਨ੍ਹ ਲੈਣ ਕਿ ਕੋਈ ਵੀ ਕੰਪਨੀ, ਭਾਵੇਂ ਉਹ ਟਰੱਕਿੰਗ ਕੰਪਨੀਆਂ, ਭਾਵੇਂ ਹੋਰ ਵੀ ਵਟਸੋਐਵਰ ਕਿਸੇ ਤੁਸੀਂ ਇੰਪਲੋਇਮੈਂਟ ਦੇ ਵਿੱਚ ਕੰਮ ਕਰਦੇ ਪਏ ਆ, ਉਹਦਾ ਸਬ ਸੈਕਸ਼ਨ 254 ਸੈਕਸ਼ਨ 3 ਜਿਹੜਾ ਹੈਗਾ ਆ, ਉਹ ਖਾਸ ਕਰਕੇ ਇੰਪਲੋਈਜ਼ ਨੂੰ ਇਫੈਕਟ ਕਰਦਾ ਹੈ। ਉਹਨੂੰ ਪੜ੍ਹੋ ਜਾ ਕੇ, ਗੂਗਲ ਆਪਣੇ ਕੋਲ ਹੈਗਾ, ਉਹਦੇ ਵਿੱਚ ਲਿਖਿਆ ਹੋਇਆ ਸਬ ਸੈਕਸ਼ਨ 254 ਕਿ ਦੇਰ ਅਨਆਥੋਰਾਈਜ਼ਡ ਡਿਡਕਸ਼ਨ ਤੁਸੀਂ ਕੋਈ ਨਹੀਂ ਕਰ ਸਕਦੇ ਹੈਗੇ, ਕਿ ਭਾਵੇਂ ਕਿੰਨਾ ਮਰਜ਼ੀ ਨੁਕਸਾਨ ਹੋ ਜਾਵੇ। ਬੀਇੰਗ ਏ ਬਿਜ਼ਨਸ ਓਨਰ, ਬੀਇੰਗ ਏ ਇੰਪਲੋਇਰ, ਤੁਹਾਡੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਬਣਦੀਆਂ ਹੈਗੀਆਂ। ਹੁਣ ਆਪਾਂ ਵੇਜ ਥੈਫਟ ਵਾਲੇ ਪਾਸੇ ਜੇ ਆ ਜਾਈਏ ਤਾਂ ਜੋ ਐਂਡ ਆਫ ਦਾ ਟਰਮ ਜਦੋਂ ਕੋਈ ਵੀ ਡਿਸਪਿਊਟ ਪੈ ਜਾਂਦਾ, ਲੈਟਸ ਸੇ ਵਟਸੋਐਵਰ, ਜ਼ਿਆਦਾਤਰ ਡਿਸਪਿਊਟ ਅਸੀਂ ਸ਼ਮੀਲ ਜੀ ਦੇਖਿਆ ਸਿਰਫ ਈਗੋ ਦੇ ਆ।
ਕੁਛ ਨਹੀਂ, ਤੂੰ ਮੇਰਾ ਕੰਮ ਛੱਡ ਕੇ ਚੱਲਾ ਆ, ਤੂੰ ਮੈਨੂੰ ਨਾ ਕਰ ਦਿੱਤੀ, ਤੂੰ ਮੈਨੂੰ ਛੁੱਟੀ ਦਾ ਨਹੀਂ ਦੱਸਿਆ, ਸਾਨੂੰ 1 ਹਫ਼ਤੇ ਪਹਿਲਾਂ ਛੁੱਟੀ, ਕਿਸੇ ਨੂੰ ਐਮਰਜੈਂਸੀ ਆ ਗਈ, ਕਿਸੇ ਦਾ ਕੁਛ, ਵੀ ਹੈਵ ਏ ਰਾਈਟ ਟੂ ਰਿਫਿਊਜ਼ ਵਰਕ ਟੂ। ਸੇਫਟੀ ਬਹੁਤ ਵੱਡੀ ਚੀਜ਼ ਆ ਜਿਹਦੇ ਵਿੱਚ ਦੀ ਬਹੁਤ ਲੈਕ ਆ ਆਪਣੀ ਟਰੱਕਿੰਗ ਇੰਡਸਟਰੀ ਦੇ ਵਿੱਚ, ਖਾਸ ਕਰਕੇ ਅਨਸੇਫ ਇਕੁਇਪਮੈਂਟ ਹੈਗੇ ਆ। ਚਲੋ ਡਿਸਪਿਊਟ ਪੈ ਗਿਆ, ਤਨਖਾਹ ਨਹੀਂ ਦੇਣੀ ਜੀ ਤੁਹਾਡੀ। 2-3 ਚੀਜ਼ਾਂ ਦੇ ਵਿੱਚ ਹੋਰ ਆ ਜੀ। 2 ਵੀਕ ਦਾ ਨੋਟਿਸ ਨਹੀਂ ਤੁਸੀਂ ਮੈਨੂੰ ਦਿੱਤਾ। ਕਾਨੂੰਨ ਦੇ ਵਿੱਚ ਕਿਤੇ ਨਹੀਂ ਲਿਖਿਆ ਸ਼ਮੀਲ ਜੀ ਕਿ 2 ਵੀਕ ਦਾ ਨੋਟਿਸ ਦੇ ਕੇ ਤੁਸੀਂ ਕੰਮ ਛੱਡਣਾ ਆ। 2 ਵੀਕ ਦਾ ਨੋਟਿਸ ਤੁਸੀਂ ਉੱਥੇ ਦੇਣਾ ਆ ਜਿੱਥੇ ਤੁਸੀਂ ਯੂ ਡੋਂਟ ਵਾਂਟ ਟੂ ਬਰਨ ਦੈਟ ਬ੍ਰਿਜ, ਕਿ ਯਾਰ ਹਾਂ ਕੱਲ੍ਹ ਇਨ ਕੇਸ ਮੈਨੂੰ ਇੰਨੇ ਵਧੀਆ ਸ਼ਮੀਲ ਜੀ ਲੱਗੇ ਕਿ ਮੈਂ ਕੱਲ੍ਹ ਦੁਬਾਰਾ ਕੰਮ ਜੁਆਇਨ ਕਰਨਾ ਚਾਹੁੰਦਾ। ਜਿੱਥੇ ਤੁਹਾਡਾ ਡਿਸਪਿਊਟ ਹੀ ਪੈ ਗਿਆ ਉੱਥੇ 2 ਵੀਕ ਦੇ ਨੋਟਿਸ ਦਾ ਮਤਲਬ ਹੀ ਕੋਈ ਨਹੀਂ, ਕਾਨੂੰਨੀ ਤੌਰ 'ਤੇ ਇੱਦਾਂ ਦੀ ਕੋਈ ਧਾਰਾ ਹੀ ਨਹੀਂ ਹੈਗੀ। ਹੁਣ ਆਪਾਂ ਆ ਜਾਈਏ 90 ਡੇਜ਼ ਦੇ ਉੱਪਰ। ਇਹ ਕਹਿੰਦੇ ਜੀ 90 ਦਿਨ ਬਾਅਦ ਚੈੱਕ ਦੇਵਾਂਗੇ ਤੁਹਾਡਾ। ਕਿਉਂ? ਆਖੇ ਜੀ ਹੋ ਸਕਦਾ ਤੁਹਾਡੀਆਂ ਕੋਈ ਟਿਕਟਾਂ ਹੋਣ, ਟਿਕਟ ਅੱਜ ਹੋਵੇ ਕੱਲ੍ਹ ਨੂੰ ਟਿਕਟ ਤੁਹਾਡੇ ਕੋਲ ਆ ਜਾਂਦੀ ਹੈ। ਇਹ ਸਿਰਫ ਅਤੇ ਸਿਰਫ ਆਪਾਂ ਕਹਿ ਲਓ ਵੀ, ਮੈਂ ਕਹਿਣਾ ਨਹੀਂ ਚਾਹੁੰਦਾ, ਮਲੀਸ਼ੀਅਸ ਪ੍ਰੈਕਟਿਸ ਨੇ, ਆਪਣੀਆਂ ਬਣਾਈਆਂ ਹੋਈਆਂ, ਹਵਾ ਦੇ ਵਿੱਚ ਫੈਬਰੀਕੇਟਡ ਕੀਤੀਆਂ ਹੋਈਆਂ। ਅਤੇ ਆਪਣੇ ਬੱਚੇ ਜਿਹੜੇ ਆਪਣੇ ਟਰੱਕਰਸ ਹੈਗੇ ਉਹ ਸੋਚਦੇ ਹੀ ਨਹੀਂ, ਪੁੱਛਦੇ ਹੀ ਨਹੀਂ ਕਿਸੇ ਨੂੰ ਕਿ ਯਾਰ ਇੱਦਾਂ ਦਾ ਕੋਈ ਲਾਅ ਵੀ ਹੈਗਾ ਕਿ ਤੁਸੀਂ ਮੇਰੀ 90 ਦਿਨ ਦੀ ਪੇ 90 ਦਿਨ ਤੱਕ ਮੇਰੀ ਪੇ ਹੋਲਡ ਕਰਕੇ ਰੱਖ ਲਓਗੇ, ਹੈ ਨਾ। ਉਹ ਤੋਂ ਬਾਅਦ ਆਪਾਂ ਪੇ ਨਹੀਂ ਨਾ ਹੈ ਉਹਦਾ, ਕਿਉਂਕਿ ਮਤਲਬ ਕੰਟਰੈਕਟ ਦੀ ਜਿਹੜੀ ਪੇਮੈਂਟ, ਹਾਂਜੀ, ਉਹਨੂੰ ਇੱਕ ਉਹਨਾਂ ਨੇ ਉਹ ਜਾਮਾ ਪਹਿਨਾਇਆ ਹੋਇਆ। ਦੂਜੇ ਨੰਬਰ 'ਤੇ ਗੱਲ ਇਹ ਆ, ਫਿਰ ਉਹ ਦੱਸਦੇ ਆ ਪੁਰਾਣੇ ਲੋਕ ਕਿ ਯਾਰ ਨਹੀਂ, ਕੀ ਕਰਨਾ ਤੂੰ ਕੋਰਟ ਕਚਹਿਰੀ ਜਾ ਕੇ, ਕੋਰਟ ਕਚਹਿਰੀ ਤੋਂ ਕੁਛ ਨਹੀਂ ਲੱਗਣਾ। ਜਦ ਕਿ 2001 ਦੀ ਬਹੁਤ ਮਾਈਲ ਮਾਰਕਰ ਇੱਕ ਨਾ ਸਰ ਜਜਮੈਂਟ ਆ 2001 ਦੀ, ਸਗਾਜ਼ ਵਰਸਸ ਕੈਨੇਡੀਅਨ ਟਾਇਰ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਣਾ। ਉਹਦੇ ਵਿੱਚ ਕਾਨੂੰਨ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਹੋਇਆ ਕਿ ਇੱਕ ਟਰੱਕਰ ਜਿਹੜਾ ਆ ਉਹ ਭਾਵੇਂ ਕਾਰਪੋਰੇਸ਼ਨ 'ਤੇ ਕੰਮ ਕਰਦਾ, ਭਾਵੇਂ ਨਹੀਂ ਕਾਰਪੋਰੇਸ਼ਨ 'ਤੇ ਕੰਮ ਕਰਦਾ, ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਪੈਸੇ ਦਿੰਦੇ ਆ, ਉਹ ਇੰਪਲੋਈ ਆ, ਉਹ ਸਬ ਕੰਟਰੈਕਟਰ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਤੁਸੀਂ ਜਦੋਂ ਅਸੀਂ ਵੀ ਪੜ੍ਹਿਆ ਲਾਅ ਦੇ ਵਿੱਚ ਬੜੇ, ਸਾਨੂੰ ਪਤਾ ਲੱਗਾ ਇਸ ਚੀਜ਼ ਦਾ ਮਾਡਲ ਉਹਨਾਂ ਨੇ ਬਣਾਇਆ ਹੋਇਆ। ਚਾਹੇ ਉਹ ਭਾਵੇਂ ਉਸ ਤਰ੍ਹਾਂ ਉਹਨਾਂ ਦਾ ਕੰਟਰੈਕਟ ਨਹੀਂ ਵੀ ਐਜ਼ ਇੰਪਲੋਈ ਹਾਇਰ ਨਹੀਂ ਵੀ ਹੋਇਆ ਜੀ, ਪਰ ਜਿਹੜਾ ਉਸ ਨੂੰ ਕੰਸੀਡਰ ਇੰਪਲੋਈ ਹੀ ਕੀਤਾ ਜਾਊਗਾ ਜੀ, ਕੋਰਟ ਦੀ ਨਜ਼ਰ 'ਚ ਉਹ ਇੰਪਲੋਈ ਹੈ। ਹਾਂਜੀ, ਸੁਪਰੀਮ ਕੋਰਟ ਆਫ ਕੈਨੇਡਾ ਨੇ ਇਹ ਸਿੱਧ ਕਰ ਦਿੱਤਾ ਆ। ਜੇ ਆਪਾਂ ਗੂਗਲ ਦੇ ਵਿੱਚ ਪਾਵਾਂਗੇ ਨਾ ਇੰਪਲੋਈ ਵਰਸਸ ਸਬ ਕੰਟਰੈਕਟਰ ਟਰੱਕਰ, ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਇਹੀ ਜਜਮੈਂਟ ਨਿਕਲ ਕੇ ਆਏਗੀ, ਜਿਹਨੂੰ ਮਾਲ ਮਾਰਕੀਟ ਜਜਮੈਂਟ ਕਹਿੰਦੇ ਆ ਆਪਾਂ। ਕਾਨੂੰਨੀ ਜਜਮੈਂਟਾਂ 'ਤੇ ਚੱਲਦਾ। ਬੇਸਿਕਲੀ ਜੇ ਤੁਸੀਂ ਇੰਪਲੋਈ ਹੋ, ਦੈਟ ਮੀਨਸ ਇਹੀ ਗੱਲ CRA ਕਹਿ ਰਹੇ ਕਿ ਤੁਸੀਂ ਉਹ ਐਕਸਪੈਂਸ ਨਹੀਂ ਕਲੇਮ ਕਰ ਸਕਦੇ, ਨਹੀਂ, ਤੇ ਫਿਰ ਬੇਵਜ੍ਹਾ ਇਸ ਕਰਕੇ ਫਿਰ ਆਪਣੇ ਜਿਹੜੇ ਬਾਕੀ ਐਜ਼ ਇੰਪਲੋਈ ਤੁਹਾਨੂੰ ਰਾਈਟ ਹੋ ਸਕਦੇ ਆ, ਜਿਹੜੇ ਲੇਬਰ ਲਾਅ ਤੁਹਾਨੂੰ ਪ੍ਰੋਟੈਕਟ ਕਰਦੇ, ਉਹ ਛੱਡਣ ਦਾ ਫਿਰ ਕੀ ਫਾਇਦਾ ਹੋਇਆ? ਕੁਛ ਵੀ ਨਹੀਂ ਜੀ, ਸਿਰਫ ਇੱਕ ਸ਼ਾਰਟ ਟਰਮ ਦਿਖਾਇਆ ਹੋਇਆ ਕਿ ਤੁਹਾਨੂੰ HSTC ਪੇ ਕਰ ਰਹੇ ਆ, ਜਦ ਕਿ ਬੱਚਿਆਂ ਨੂੰ ਜਦ ਕਿ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਦਾ ਲੌਂਗ ਟਰਮ ਸਾਨੂੰ ਨੁਕਸਾਨ ਕਿੰਨਾ ਹੋ ਰਿਹਾ ਹੈਗਾ ਆ। ਇੰਨੀ ਵਧੀਆ ਕੰਟਰੀ ਸ਼ਮੀਲ ਜੀ ਆਪਾਂ ਆਏ ਆ, ਜੇ ਆਪਾਂ ਟੈਕਸ ਨਹੀਂ ਪੇ ਕਰਾਂਗੇ, ਆਪਾਂ ਰੋਂਦੇ ਆ ਜੀ ਇੱਥੇ ਜੀ ਹਸਪੀਟਲ ਨਹੀਂ ਠੀਕ ਹੈਗਾ ਜੀ, ਇਹ ਕੁਛ ਨਹੀਂ ਕਰਦੀ ਜੀ ਸਰਕਾਰ, ਫਲਾਨਾ ਜੀ ਢਮਕਾਨਾ ਜੀ। ਯਾਰ ਇੰਨੀ ਵਧੀਆ ਕੰਟਰੀ 'ਚ ਆਪਾਂ ਇਹੀ ਕੁਛ ਤਾਂ ਆਪਾਂ ਪਿੱਛੇ ਛੱਡ ਕੇ ਆਏ ਸੀਗੇ ਨਾ। ਜੇ ਇਹੀ ਕੁਛ ਆਪਾਂ ਇੰਨੇ ਸੋਹਣੀ ਕੰਟਰੀ ਦੇ ਵਿੱਚ ਆ ਕੇ ਕਰਨਾ, ਤਾਂ ਫਿਰ ਆਈ ਡੋਂਟ ਥਿੰਕ ਸੋ ਇਟਸ ਵਰਥ ਇਟ, ਹੈ ਨਾ। ਅਤੇ ਕਿਸੇ ਦੀ ਤਨਖਾਹ ਮਾਰ ਲੈਣੀ, ਮੁੜ ਕੇ ਉਹਨੂੰ ਤੰਗ ਕਰਨਾ, ਫਿਰ ਉਹਦੇ ਵਿੱਚੋਂ ਐਕਸਪਲੋਟੇਸ਼ਨ ਦੇ ਵਿੱਚੋਂ ਡਿਪਰੈਸ਼ਨ ਆ ਜਾਂਦਾ ਆ, ਹੈ ਨਾ, ਮੈਂਟਲ ਇਲਨੈਸ ਆ ਜਾਂਦੀ ਹੈਗੀ ਆ। ਦੇਖੋ ਮੈਂ ਬਾਰ-ਬਾਰ ਹਰੇਕ ਜਗ੍ਹਾ ਇਹੀ ਸ਼ਮੀਲ ਦੀ ਗੱਲ ਕਰਨਾ ਹੁੰਦਾ, ਜਿਹੜਾ ਇੱਕ ਨਵਾਂ ਇਮੀਗਰੈਂਟ ਆਇਆ ਆ, ਡਜ਼ਨਟ ਮੈਟਰ ਉਹ ਸਟੂਡੈਂਟ ਆਇਆ ਆ, ਉਹ ਕਿਸੇ ਵੀ ਬੇਸ ਦੇ ਉੱਪਰ ਕੈਨੇਡਾ ਆਇਆ, ਜਦੋਂ ਤੁਸੀਂ ਉਹਦਾ 3000 ਜਾਂ 4000 ਜਾਂ ਉਹਦਾ ਚੈੱਕ ਰੱਖ ਲਿਆ ਨਾ, ਉਹਦੀ ਉਹੀ ਜਮ੍ਹਾਂ ਪੂੰਜੀ ਆ, ਉਹਦਾ ਸਾਰਾ ਸਿਸਟਮ ਆਉਣ ਵਾਲੇ 2-3 ਮਹੀਨੇ 'ਚ ਵਿਗੜ ਗਿਆ। ਨਾ ਉਹਦੀ ਇੰਸ਼ੋਰੈਂਸ, ਨਾ ਉਹਦਾ ਘਰ ਦਾ ਫੂਡ, ਗਰੋਸਰੀ, ਕਿਰਾਇਆ, ਸਾਰਾ ਕੁਛ ਉਹਦੇ 'ਤੇ ਡਿਪੈਂਡ ਆ। ਇਹ ਆਪਾਂ ਨੂੰ ਇੱਕ ਕੰਪੈਸ਼ਨੇਟ ਗਰਾਊਂਡ 'ਤੇ ਇਹ ਗੱਲ ਸੋਚਣੀ ਚਾਹੀਦੀ ਕਿ ਯਾਰ ਆਪਾਂ ਜਿਹੜੇ ਪੁਰਾਣੇ ਬੰਦੇ ਬੈਠੇ ਆ, ਉਹ ਤਾਂ ਬੜੇ ਚਿਰ ਦੇ ਬੈਠੇ ਆ। ਨਹੀਂ, ਮੈਂ ਦੂਜੇ ਪਾਸੋਂ ਲੈਣਾ, ਜੇ ਮੰਨ ਲਿਆ ਇਹ ਮਾਡਲ ਨਾ ਕੰਮ ਕਰ ਰਿਹਾ ਹੋਵੇ ਜੀ, ਉਹ ਐਜ਼ ਇੰਪਲੋਈ ਹੀ ਕੰਮ ਕਰਨੇ, ਚੀਜ਼ ਖਤਮ ਹੀ ਹੋ ਜਾਏ ਜੀ, ਦੈਨ ਉਦੋਂ ਨਹੀਂ ਫਿਰ ਵੇਜ ਥੈਫਟ ਹੋਏਗੀ। ਫਿਰ ਵੇਜ ਥੈਫਟ ਦੇਖੋ ਉਦੋਂ ਵੀ ਚਾਂਸ ਹੈਗਾ ਆ, ਪਰ ਫਿਰ ਇਨਫੋਰਸਮੈਂਟ ਥੋੜ੍ਹੀ ਜਿਹੀ ਜ਼ਿਆਦਾ ਆ। ਉਹ ਮੈਂ ਥੋੜ੍ਹੀ ਜਿਹੀ ਗੱਲ ਭੁੱਲ ਗਿਆ ਸੀਗਾ। ਜਦੋਂ ਉਹ ਸਬ ਕੰਟਰੈਕਟਰ ਦੇ ਵਿੱਚ ਤੁਸੀਂ ਕਹਿੰਦੇ ਆ ਕਿ ਜੇ ਮੈਂ ਕੇਸ ਲੜਨਾ, ਤਾਂ ਉਹ ਕਹਿੰਦੇ ਕਿ ਤੁਸੀਂ ਨਾ ਸਮੋਲ ਕਲੇਮ ਕੋਰਟ ਜਾਓ, ਸਮੋਲ ਕਲੇਮ ਕੋਰਟ ਪੈਸੇ ਲੱਗਣੇ ਆ, ਜਦ ਕਿ ਇੱਦਾਂ ਨਹੀਂ ਹੈਗਾ। ਬੀਇੰਗ ਏ ਟਰੱਕ ਡਰਾਈਵਰ ਤੁਸੀਂ ਲੇਬਰ ਕੋਰਟ ਜਾ ਸਕਦੇ, ਵਿਚ ਇਜ਼ ਕੰਪਲੀਟਲੀ ਫ੍ਰੀ। ਜੇ ਤੁਸੀਂ ਓਨਟਾਰੀਓ ਦੇ ਪ੍ਰੋਵਿੰਸ ਦੇ ਵਿੱਚ ਕੰਮ ਕਰਦੇ ਆ, ਤਾਂ ਤੁਸੀਂ ਪ੍ਰੋਵਿੰਸ਼ੀਅਲ ਲੇਬਰ ਕੋਰਟ ਦੇ ਵਿੱਚ ਜਾਣਾ ਹੈਗਾ ਜੀ, ESA ਉਹਨੂੰ ਕਹਿੰਦੇ ਆ। ਜੇ ਤੁਸੀਂ ਐਜ਼ ਏ ਫੈਡਰਲ ਓਨਟਾਰੀਓ ਤੋਂ ਬਾਹਰ ਕੰਮ ਕਰ ਰਹੇ ਆ, ਲੈਟਸ ਸੇ ਤੁਸੀਂ ਜਾਂਦੇ ਆ, ਕੀ ਉਹਨੂੰ ਕਹਿੰਦੇ, ਆਪਾਂ ਇੱਧਰ ਨੂੰ ਚੱਲੀਏ, ਆਪਾਂ ਬਾਰਡਰ ਕ੍ਰਾਸ ਕਰਦੇ ਆ, ਜਾਂ ਆਪਾਂ ਇੰਟਰ ਪ੍ਰੋਵਿੰਸ਼ਨਲ ਕੰਮ ਕਰਦੇ ਹੈਗੇ ਆ, ਇੱਥੋਂ ਕਿਊਬੈਕ ਚਲੇ ਗਏ, ਇੱਥੋਂ ਆਟਵਾ ਚਲੇ ਗਏ, ਜਾਂ ਕਿਤੇ ਹੋਰ ਵੀ ਚਲੇ ਗਏ, ਫਿਰ ਅਸੀਂ ਫੈਡਰਲ ਲੇਬਰ ਕੋਰਟ ਦੇ ਅੰਡਰ ਰਹਿੰਦੇ ਹੈਗੇ ਆ। ਉਹਦਾ PDF ਦਾ ਫਾਰਮ ਪਿਆ ਹੋਇਆ ਆ, ਔਨਲਾਈਨ ਪਿਆ ਹੋਇਆ, ਉਹਨੂੰ ਭਰੋ, ਉਹਦੇ ਵਿੱਚ ਸਾਰੀਆਂ ਡਿਟੇਲਸ ਭਰੋ ਕਿ ਮੇਰੀ ਇੰਨੀ ਤਰੀਕ ਤੋਂ ਮੈਂ ਇੰਨੀ ਤਰੀਕ ਤੱਕ ਕੰਮ ਕੀਤਾ, ਮੇਰੇ ਇੰਨੇ ਪੈਸੇ ਮਾਰੇ ਗਏ ਆ। ਹੁਣ ਚੱਕਰ ਇਹ ਆ, ਉਹ ਜਿਹੜੀ ਮੇਰੀ ਪਹਿਲੀ ਵਾਲੀ ਗੱਲ, ਲੰਬਾ ਪ੍ਰੋਸੈਸ ਆ। ਆਪਾਂ ਇੱਕ ਪਰਸੋਨਾਫਾਈ ਕਰਕੇ ਕੈਨੇਡਾ ਆਏ, ਇੱਕ ਬੜੀ ਵੱਡੀ ਗੱਲ, ਜਦੋਂ ਹੁਣ ਇੰਡੀਆ ਜਿਹੜਾ ਬ੍ਰੇਨ ਡਰੇਨ ਚੱਲਦਾ ਪਿਆ, ਆਪਾਂ ਜਦੋਂ ਪੁੱਛਦੇ ਨੇ ਕਿ ਯਾਰ ਕਿਉਂ ਚੱਲੇ ਕੈਨੇਡਾ, ਉੱਥੇ ਬੜਾ ਲਾਅ ਐਂਡ ਆਰਡਰ ਆ ਜੀ, ਉੱਥੇ ਉੱਥੇ ਇਨਸਾਫ ਮਿਲਦਾ, ਉੱਥੇ ਜਸਟਿਸ ਮਿਲਦਾ।
ਮੈਨੂੰ ਨਹੀਂ ਜਸਟਿਸ ਮਿਲਿਆ ਜੀ, ਮੈਨੂੰ ਤਾਂ ਕੋਈ ਜਸਟਿਸ ਨਹੀਂ ਇੱਥੇ ਦਿਖਿਆ। ਉਹੀ ਬਿਊਰੋਕ੍ਰੇਸੀ ਸਰ ਜੀ, ਉਹੀ ਮੇਰਾ ਖੁਦ ਦਾ ਕੇਸ ਚੱਲਦੇ ਨੂੰ ਅੱਜ 18 ਮਹੀਨੇ ਹੋ ਚੱਲੇ ਆ। $23,000 ਮੇਰਾ ਕੰਪਨੀ ਨੇ ਮਾਰਿਆ ਹੋਇਆ। ਅਪੀਲਾਂ ਦਲੀਲਾਂ ਅੱਜ ਕਰਦੇ ਆ, ਇੱਕ ਚਿੱਠੀ ਤੈਨੂੰ ਪਾਤੀ, ਇੱਕ ਚਿੱਠੀ ਮੈਨੂੰ ਪਾ ਦਿੱਤੀ ਆ, ਇਹਦਾ ਜਵਾਬ ਦੇ ਦਿਓ, ਇਹਦਾ ਜਵਾਬ ਦੇ ਦਿਓ। ਅਤੇ $23,000 ਨੂੰ 18 ਮਹੀਨੇ ਹੁਣ ਤੱਕ ਹੋ ਚੁੱਕੇ ਆ। ਤੁਹਾਡਾ ਵੀ ਉਸੇ ਡਰਾਈਵਰਿੰਗ ਵਾਲੇ ਮਾਡਲ 'ਚ ਮਾਰਿਆ ਗਿਆ, ਪਰ ਜੇ ਤੁਸੀਂ ਮੰਨਿਆ EMPLOYE ਹੁੰਦੇ ਫਿਰ ਨਾ ਇੱਦਾਂ ਹੁੰਦਾ? ਨਹੀਂ ਹੁੰਦਾ, ਪਰ ਉਹ ਬਹੁਤ ਫਾਸਟ ਹੋਣਾ ਸੀ। ਹਾਂਜੀ, ਕੰਪੈਰੇਟਿਵਲੀ, ਕਿਉਂਕਿ ਫਿਰ ਰਾਈਟਸ ਜ਼ਿਆਦਾ ਸੀਗੇ। ਹੁਣ ਰਾਈਟਸ ਘੱਟ ਆ, ਹੁਣ ਉਹਦੀ ਡਿਊ ਡਿਲੀਜੈਂਸ ਜ਼ਿਆਦਾ ਕਰਨੀ ਪੈ ਰਹੀ ਆ। ਹੁਣ ਉਹ ਤੋਂ ਪਹਿਲਾਂ ਸਭ ਤੋਂ ਪਹਿਲਾਂ EMPLOYE ਨੂੰ, ਤੁਹਾਨੂੰ ਟਰੱਕ ਡਰਾਈਵਰ ਨੂੰ ਇਹ ਸਾਬਿਤ ਕਰਨਾ ਪੈਣਾ ਕਿ ਮੈਂ ਵਾਕਈ EMPLOYE ਹਾਂ। ਜਿਵੇਂ ਤੁਸੀਂ ਆਪਣੀ ਵੀ ਐਗਜ਼ਾਮਪਲ ਦਿੱਤੀ ਹੈ, ਅਤੇ ਤੁਸੀਂ ਇਹ ਕਿਹਾ ਸੀਗਾ ਕਿ ਜੇ ਮੇਰਾ ਜਿਹੜਾ ਕੰਪਨੀ ਨਾਲ ਸੰਬੰਧ EMPLOYE ਵਾਲਾ ਹੁੰਦਾ ਤਾਂ ਤੁਹਾਡੇ ਕੋਲ ਜ਼ਿਆਦਾ ਰਸਤੇ ਸੀਗੇ, ਜਲਦੀ ਤੁਹਾਨੂੰ ਜਿਹੜਾ ਹੈ ਰਾਹਤ ਮਿਲ ਸਕਦੀ ਸੀ। ਥੋੜ੍ਹਾ ਜਿਹਾ ਉਹਨੂੰ ਐਕਸਪਲੇਨ ਕਰੋਗੇ? ਉਹਦਾ ਇੱਦਾਂ ਹੈ ਸਰ, ਇੱਕ ਤਾਂ ਇਹਦੇ ਵਿੱਚ ਨਾ ਫਿਰ ਜਿਹੜਾ EMPLOYER ਆ, ਜਿਹੜੀ ਕੰਪਨੀ ਆ, ਉਹਦੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਜੀ। ਉਹਦੇ ਵਿੱਚ ਉਹਨੂੰ ਪਤਾ ਹੁੰਦਾ, ਇੱਕ ਤਾਂ ਸਭ ਤੋਂ ਵੱਡੀ ਗੱਲ ਆ ਬੀਇੰਗ ਏ ਸਬ ਕੰਟਰੈਕਟਰ, ਤੁਸੀਂ ਇੱਕ ਤੁਹਾਨੂੰ ਐਂਟੀਟੀ ਸ਼ੋਅ ਕੀਤਾ ਜਾਂਦਾ ਕਿ ਜਿਹੜੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਤੁਹਾਡੇ ਉੱਪਰ ਜ਼ਿਆਦਾ ਆ ਅਤੇ ਕੰਪਨੀ ਦੇ ਉੱਪਰ ਘੱਟ ਆ। ਉਹਦੇ ਵਿੱਚ ਰਾਈਟਸ ਵੀ ਘੱਟ ਜਾਂਦੇ ਹੈਗੇ ਆ ਫਿਰ। ਅਤੇ ਇੱਕ ਸਾਨੂੰ ਲੈਕ ਆਫ ਅਵੇਅਰਨੈਸ, ਸਾਨੂੰ ਆਪਣੇ ਰਾਈਟਸ ਬਾਰੇ ਪਤਾ ਨਾ ਹੋਣ ਕਰਕੇ ਜਿਹੜੀ ਉਹ ਜ਼ਰੂਰੀ ਗੱਲ ਸੀਗੀ ਕਿ ਹਾਇਰਿੰਗ, ਜਿਹੜੀ ਤੁਸੀਂ ਇੱਕ ਜਗ੍ਹਾ 3 ਮਹੀਨੇ ਤੋਂ ਵੱਧ 'ਚ ਕੰਮ ਕਰਦੇ ਆ ਤਾਂ ਤੁਹਾਡੀ ਪ੍ਰੋਪਰ ਇੱਕ ਹਾਇਰਿੰਗ ਪ੍ਰੋਸੀਜਰ ਹੁੰਦਾ ਆ। ਉਹਦੇ ਵਿੱਚ ਤੁਹਾਡੀ ਇੰਸ਼ੋਰੈਂਸ ਹੋ ਜਾਂਦੀ ਆ, ਜਿਹਨੂੰ ਆਪਾਂ WSI ਵਰਕਪਲੇਸ, ਹਾਂਜੀ, ਵਰਕਪਲੇਸ ਇੰਸ਼ੋਰੈਂਸ ਕਹਿ ਦਿੰਦੇ ਆ। ਉਹਦੇ ਬਾਰੇ ਪਤਾ ਹੀ ਨਹੀਂ ਜੀ, ਆਪਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ, ਖਾਸ ਕਰਕੇ ਆਪਣੇ ਟਰੱਕਰ ਭਾਈਚਾਰੇ ਦੇ ਵਿੱਚ। ਕੱਲ੍ਹ ਨੂੰ ਤਾਂ ਆਪਾਂ ਉਹੀ ਸ਼ਾਰਟ ਟਰਮ ਦੇਖਦੇ ਪਏ ਆ, ਲੌਂਗ ਟਰਮ ਦੇਖਦੇ। ਕੱਲ੍ਹ ਨੂੰ ਕੋਈ ਗੱਲਬਾਤ ਹੋ ਜਾਂਦੀ ਆ, EMPLOYER ਆਪਣਾ ਪੱਲਾ ਖਿੱਚ ਲੈਂਦਾ ਆ, ਕੰਪਨੀ ਆਪਣਾ ਪੱਲਾ ਖਿੱਚ ਲੈਂਦੀ ਕਿ ਨਹੀਂ ਜੀ ਸਾਡੀ ਤਾਂ ਜ਼ਿੰਮੇਵਾਰੀ ਕੋਈ ਨਹੀਂ, ਕਿਉਂਕਿ ਇਹਨੂੰ ਤਾਂ ਅਸੀਂ ਐਜ਼ ਏ ਸਬ ਕੰਟਰੈਕਟ ਕੀਤਾ ਸੀਗਾ। ਉਹਦੇ ਵਿੱਚ ਫਿਰ ਤੁਹਾਡੀ ਜ਼ਿੰਮੇਵਾਰੀ ਵੱਧ ਜਾਣੀ ਹੈਗੀ, ਤੁਸੀਂ ਕਿੱਦਾਂ ਸ਼ੋਅ ਕਰਨਾ ਆ, ਤੁਸੀਂ ਕਿੱਦਾਂ ਅਪਰੂਵ ਕਰਨਾ ਕਿ ਨਹੀਂ ਮੈਂ EMPLOYE ਸੀਗਾ ਜਦ ਕਿ ਮੈਂ ਸਬ ਕੰਟਰੈਕਟਰ ਨਹੀਂ ਸੀਗਾ। ਪਰ ਜੇ ਆਪਾਂ ਮੰਨੀਏ ਤਾਂ ਸਾਡੇ ਕੋਲ ਇਹੋ ਕੇਸ ਵੀ ਆਏ ਜਿਹਦੇ ਵਿੱਚ ਪ੍ਰੋਪਰਲੀ ਹਾਇਰ ਸੀਗੇ ਬੰਦੇ, ਸਾਰਾ ਕੁਝ ਠੀਕ ਆ, ਫਿਰ ਵੀ ਪੈਸੇ ਮਾਰ ਲਏ। ਉਹਦਾ ਕਾਰਨ ਇਹ ਆ ਕਿ ਜੀ ਕੌਨਸੀਕੁਐਂਸਿਸ ਜਿਹੜੇ ਹੈਗੇ ਆ ਬਹੁਤ ਘੱਟ ਆ। ਆਪਣੇ ਲੋਕਾਂ ਨੂੰ ਪਤਾ ਲੱਗ ਚੁੱਕਾ ਆ ਕਿ ਥੋੜ੍ਹਾ ਜਿਹਾ ਅੱਗੇ ਬਾਅਦ ਜਾਂਦੇ ਹਾਂ, ਉਹ ਵੀ ਇੱਕ ਬੜਾ ਵੱਡਾ ਇਸ਼ੂ ਹੈ। ਦੂਜਾ ਜਿਹੜਾ ਇਸ਼ੂ ਹੈ, ਪਹਿਲਾਂ ਉਸੇ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਈਏ। ਮੰਨ ਲਿਆ ਜਿਵੇਂ ਕੋਲ ਕੁਛ ਕੁਐਸਚਨ ਵੀ ਆਏ ਨੇ, ਜੇ ਤੁਸੀਂ ਦੇਖੋ ਜਿੰਨੇ ਕੇਸ ਤੁਸੀਂ ਦੇਖਦੇ ਹੋ, ਇਹ ਜਦੋਂ ਕੋਈ ਕਿਸੇ ਦੀ ਵੇਜ ਰੋਕੀ ਜਾਂਦੀ ਹੈ, ਪੇਮੈਂਟ ਰੋਕੀ ਜਾਂਦੀ, ਤਾਂ ਕਿਹਾ ਜਾਂਦਾ ਹੈ ਕਿ ਜੀ ਤੁਸੀਂ ਗੱਡੀ ਦਾ ਨੁਕਸਾਨ ਕਰਤਾ ਕਿਤੇ ਜੀ। ਅੱਛਾ, ਜੇ ਕਿਸੇ ਮੰਨਿਆ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਕੋਈ ਨੁਕਸਾਨ ਹੋ ਗਿਆ ਜੀ, ਦੋਨਾਂ ਸਿਚੁਏਸ਼ਨ 'ਚ ਇਹਦਾ ਕੀ ਫਰਕ ਹੈ ਵੀ ਕੌਣ ਰਿਸਪੋਂਸੀਬਲ ਹੈ? ਦੋਨਾਂ ਸਿਚੁਏਸ਼ਨ ਦੇ ਵਿੱਚ ਜੀ ਕੰਪਨੀ ਹੀ ਰਿਸਪੋਂਸੀਬਲ ਆ, ਬੀਇੰਗ ਏ ਬਿਜ਼ਨਸ। ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਸੈਕਸ਼ਨ 3 ਦਾ ਸਬਸੈਕਸ਼ਨ 254 ਕਹਿੰਦਾ ਕਿ ਤੁਸੀਂ ਕੋਈ ਡਿਡਕਸ਼ਨ ਕਰ ਹੀ ਨਹੀਂ ਸਕਦੇ, ਨਾ EMPLOYE ਦੀ ਕਰ ਸਕਦੇ ਆ, ਜੇ ਭਾਵੇਂ ਉਹ ਪੇਰੋਲ 'ਤੇ ਕੰਮ ਕਰਦਾ, ਭਾਵੇਂ ਉਹ ਸਬ ਕੰਟਰੈਕਟਰ 'ਤੇ ਕੰਮ ਕਰਦਾ ਪਿਆ ਆ। ਇਹ ਚੀਜ਼ ਨੂੰ ਆਪਾਂ ਪੱਕੀ ਤਰ੍ਹਾਂ ਲੱਗ 'ਤੇ ਮੰਨ ਲਈਏ, ਕੋਈ ਵੀ ਡਿਡਕਸ਼ਨ ਕਿਸੇ ਵੀ ਤਰ੍ਹਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ। ਪਰ ਜੇ ਵੈਸੇ ਉਹ EMPLOYE ਹੋਏ ਤਾਂ ਕੰਪੈਰੇਟਿਵਲੀ ਉਹਦੇ ਕੋਲ ਜ਼ਿਆਦਾ ਪਾਵਰਸ ਨੇ, ਅਨਲੈਸ ਅੰਟਿਲ ਕਿ ਇਹਦੇ ਵਿੱਚ ਇੱਕ ਥੋੜ੍ਹੀ ਜਿਹੀ ਕੁੰਡੀ ਹੈਗੀ ਹੈ। ਕਈ ਵਾਰ ਕੰਪਨੀਆਂ ਨਾ ਇੱਕ ਆਥੋਰਾਈਜੇਸ਼ਨ ਲੈਟਰ ਲਿਖਾ ਲੈਂਦੀਆਂ ਕਿ ਜੀ ਹਾਂ ਮੇਰੇ ਤੋਂ ਇਹ ਕੰਮ ਹੋਇਆ, ਬਟ ਫਿਰ ਵੀ ਪ੍ਰੋਵਿੰਸ਼ੀਅਲ ਲਾਅ ਦੇ ਵਿੱਚ ਕੁੰਡੀ ਹੈਗੀ ਹੈ ਕਿ ਨਹੀਂ, ਫਿਰ ਵੀ ਨਹੀਂ ਤੁਸੀਂ ਲਾ ਸਕਦੇ। ਫੈਡਰਲ ਦੇ ਵਿੱਚ ਫਿਰ ਤੁਹਾਨੂੰ ਉਹ ਡਿਊ ਡਿਲੀਜੈਂਸ ਪ੍ਰੂਵ ਕਰਨਾ ਪੈਣਾ ਕਿ ਨਹੀਂ ਜੀ ਮੈਂ EMPLOYE ਨਹੀਂ ਸੀਗਾ, ਮੈਂ ਕੰਟਰੈਕਟਰ ਨਹੀਂ ਸੀਗਾ, ਮੈਂ EMPLOYE ਸੀਗਾ, ਲੰਬਾ ਚੱਲ ਜਾਂਦਾ ਥੋੜ੍ਹਾ। ਪਰ ਪ੍ਰੋਵਿੰਸ਼ੀਅਲ ਐਕਟ ਦੇ ਵਿੱਚ ਫਿਰ ਇਹ ਗੱਲ ਕੰਪਲੀਟਲੀ ਇਗਨੋਰਡ ਆ ਕਿ ਤੁਸੀਂ ਤੇ ਜੇ ਤੁਹਾਡੇ ਤੋਂ ਕੋਈ ਨੁਕਸਾਨ ਹੋਇਆ ਤਾਂ ਤੁਹਾਨੂੰ ਭਰਨਾ ਪਏਗਾ, ਬੀਇੰਗ ਏ। ਹਾਂਜੀ, ਸੋ ਮੈਨੂੰ ਜਿੰਨੀ ਇੱਕ ਗੱਲ ਹੁਣ ਤੱਕ ਸਮਝ ਆਈ ਕਿ ਭਾਵੇਂ ਜਿਹੜਾ ਇਹ ਟੈਕਸ ਸੇਵਿੰਗ ਵਾਸਤੇ ਇੱਕ ਰਸਤਾ ਜਿਹਾ ਕੱਢਿਆ ਗਿਆ, ਪਰ ਜਿਵੇਂ ਕਿ CRA ਨੇ ਵੀ ਖੁਦ ਆਪਣੀਆਂ ਨਵੀਆਂ ਗਾਈਡਲਾਈਨ 'ਚ ਕਿਹਾ ਕਿ ਉਹ ਸਟਿਲ ਤੁਹਾਨੂੰ EMPLOYE ਹੀ ਕੰਸੀਡਰ ਕਰਦੇ ਨੇ। ਪਰ ਫਿਰ ਵੀ ਜੇ ਤੁਸੀਂ EMPLOYE-EMPLOYER ਵਾਲੇ ਰਿਲੇਸ਼ਨਸ਼ਿਪ 'ਚ ਨਹੀਂ ਤਾਂ ਕਈ ਪੱਖਾਂ ਤੋਂ ਤੁਸੀਂ ਆਪਣਾ ਨੁਕਸਾਨ ਕਰਾ ਰਹੇ ਹੋ। ਜਿਹੜੇ ਬਹੁਤ ਸਾਰੇ ਬੈਨੀਫਿਟਸ ਨੇ ਤੁਹਾਨੂੰ ਮਿਲ ਰਹੇ, ਉਹ ਛੱਡ ਰਹੇ ਹੋ, ਜਿਹੜੀ ਤੁਹਾਨੂੰ ਪ੍ਰੋਟੈਕਸ਼ਨ ਮਿਲ ਰਹੀ ਆ ਉਹ ਛੱਡ ਰਹੇ ਹੋ ਜੀ, ਅਤੇ ਆਪਣੇ ਜਿਹੜੇ ਓਵਰ ਟਾਈਮ ਦੀ ਤੁਸੀਂ ਗੱਲ ਕੀਤੀ ਆ, ਹੋਰ ਬਹੁਤ ਸਾਰੀਆਂ ਜਿਹੜੀਆਂ ਸਿਚੁਏਸ਼ਨ ਹੋ ਸਕਦੀਆਂ ਬਹੁਤ। ਔਰ ਜਿਹੜੇ ਟਰੱਕਿੰਗ ਦੇ ਵਿੱਚ ਕੋਈ ਯੂਨੀਅਨ ਨਹੀਂ ਬਣੀ, ਉਹਦਾ ਵੀ ਇੱਕ ਕਾਰਨ ਇਹ ਸਮਝਿਆ ਜਾਂਦਾ। ਬਿਲਕੁਲ ਤੁਸੀਂ ਯੂਨੀਅਨ ਬਣਾ ਹੀ ਨਹੀਂ ਸਕਦੇ ਜਦੋਂ ਤੱਕ ਤੁਸੀਂ ਇੱਕ ਜਗ੍ਹਾ ਇਕੱਠੇ ਨਹੀਂ ਹੁੰਦੇ ਹੈਗੇ ਆ। ਜਦੋਂ ਤੁਸੀਂ ਸਬ ਕੰਟਰੈਕਟਰ ਮਾਡਲ ਦੇ ਥੱਲੇ ਆ ਗਏ, ਡਰਾਈਵਰਿੰਗ ਦੇ ਥੱਲੇ ਆ ਗਏ, ਯੂ ਆਰ ਏ ਸਿੰਗਲ ਐਂਟੀਟੀ, ਯੂ ਆਰ ਏ ਸੋਲ ਟਰੇਡਰ, ਹੈ ਨਾ। ਤੁਸੀਂ ਇੱਕ ਸਬ ਕੰਟਰੈਕਟਰ ਹੋ, ਤੁਸੀਂ ਕਿਸੇ ਦੇ ਨਾਲ ਯੂਨੀਅਨਾਈਜ਼ ਇਕੱਠੇ ਨਹੀਂ ਹੋ ਸਕਦੇ। ਇਹੀ ਤਾਂ ਗੱਲ ਆ। ਜਦੋਂ ਅਸੀਂ ਇਕੱਠੇ ਹੋ ਕੇ ਪਹਿਲਾਂ ਪ੍ਰੋਟੈਸਟ ਕੀਤੇ ਅਤੇ ਇੱਕ ਅਲੱਗ ਜਿਹੀ ਗੱਲ ਹੋ ਗਈ, ਇੱਕਦਮ ਉਹਨੂੰ ਬਹੁਤ ਜ਼ਿਆਦਾ ਅੱਗ ਦੀ ਤਰ੍ਹਾਂ ਫੈਲ ਗਈ ਕਿ ਯਾਰ ਇੱਦਾਂ ਕਿੱਦਾਂ ਇਕੱਠੇ ਹੋ ਗਏ। ਪਰ ਹੁਣ ਚੱਕਰ ਇਹ ਜਦੋਂ ਤੁਸੀਂ ਕਿਸੇ ਚੀਜ਼ ਨੂੰ ਦਬਾਈ ਜਾਓਗੇ, ਕਿੰਨਾ ਕੁ ਚਿਰ ਬੰਦਾ ਮਤਲਬ ਇਸ ਚੀਜ਼ ਨੂੰ ਸਹਿਣ ਕਰੂਗਾ
ਕਿ ਜੀ ਮੇਰੇ ਪੈਸੇ ਵੀ ਮਾਰ ਲਏ, ਦੂਜੇ ਨੰਬਰ 'ਤੇ ਮੈਨੂੰ ਗੱਲਾਂ ਵੀ ਸੁਣਾਈਆਂ ਜਾ ਰਹੀਆਂ, ਮੈਨੂੰ ਫਿਜ਼ੀਕਲੀ ਵੀ ਅਬਿਊਜ਼ ਕੀਤਾ ਜਾ ਰਿਹਾ, ਮੈਂਟਲੀ ਵੀ ਅਬਿਊਜ਼ ਕੀਤਾ ਜਾ ਰਿਹਾ ਹੈਗਾ ਆ। ਅਤੇ ਉਹ ਉਸ ਚੀਜ਼ ਦੇ ਵਿੱਚੋਂ ਫਿਰ ਇਹ ਚੀਜ਼ ਨਿਕਲ ਕੇ ਆਈ ਬਾਅਦ ਦੇ ਵਿੱਚ ਕਿ ਲੋਕਾਂ ਨੂੰ ਇੱਕ ਤਾਂ ਖਾਸ ਕਰਕੇ ਕਿਸਾਨੀ ਸੰਘਰਸ਼ ਨੇ ਸਾਨੂੰ ਬਹੁਤ ਉਹ ਦਿੱਤਾ, ਬੜਾਵਾ ਦਿੱਤਾ, ਸਾਡੇ ਲੋਕਾਂ ਨੂੰ ਮਜ਼ਬੂਤ ਕਰਤਾ ਆਪਣੇ ਸੰਘਰਸ਼ ਕਰਨ ਲਈ ਕਿ ਅਸੀਂ ਆਪਣੇ ਹੱਕਾਂ ਨੂੰ ਲੈ ਸਕਦੇ ਹੈਗੇ ਹਾਂ ਇਸ ਤਰੀਕੇ ਦੇ ਨਾਲ। ਨਿਕ ਜੀ, ਕੁਛ ਕੌਮੈਂਟ ਨੇ ਜਿਵੇਂ ਇਹਨਾਂ ਨੂੰ ਵੀ ਅਸੀਂ ਗੱਲਬਾਤ 'ਚ ਮੈਂ ਚਾਹੁੰਦਾ ਸ਼ਾਮਲ ਕਰ ਲਈਏ। ਜੈਦੀਪ ਸੈਣੀ ਕਹਿੰਦੇ ਨੇ ਕਿ ਜਿਹੜੀ ਇਹ ਕਾਰਪੋਰੇਸ਼ਨ, ਜਿਹੜੀ ਇਹ ਵੇਜ ਥੈਫਟ ਹੈ, ਇਹ ਜ਼ਿਆਦਾ ਸਾਊਥ ਏਸ਼ੀਅਨ ਕੰਪਨੀ ਦੇ 'ਚ ਹੀ ਹੋ ਰਹੀ ਹੈ। ਕੀ ਗੱਲ ਇਹ ਸਹੀ ਹੈ? ਤੁਸੀਂ ਤਾਂ ਕੰਮ ਕਰਦੇ ਹੋ। ਹਾਂਜੀ, ਸਿਰ ਝੁਕਾ ਕੇ ਸ਼ਰਮ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਜੀ ਕਿ ਹਾਂਜੀ, ਸਾਡੇ ਕੋਲ ਜਿਹੜੇ ਕੇਸ ਆਏ ਆ, ਜਿੱਦਾਂ ਕੱਲ੍ਹ ਵਿਕਰਮ ਤੁਹਾਨੂੰ ਦੱਸ ਕੇ ਗਿਆ ਕਿ 700 ਕੇਸਾਂ ਦੇ ਵਿੱਚੋਂ ਜੇ ਆਪਾਂ ਕਹੀਏ ਤਾਂ 90% ਕੇਸ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚੋਂ ਹੀ ਆ ਜੀ। ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ, ਆਪਣੇ ਬੰਦਿਆਂ ਨੂੰ ਸਰ ਪਤਾ ਲੱਗ ਚੁੱਕਾ ਕਿ ਇਨਫੋਰਸਮੈਂਟ ਕੋਈ ਨਹੀਂ ਹੈਗੀ ਲਾਅ ਦੀ, ਅਤੇ ਜੇ ਤੁਸੀਂ ਲੇਬਰ ਕੋਰਟ ਚਲੇ ਵੀ ਜਾਂਦੇ ਆ ਉਹਦੇ ਵਿੱਚੋਂ ਵੀ ਇਨਸਾਫ ਨਹੀਂ ਮਿਲਦਾ ਜੀ। ਐਂਡ ਆਫ ਦਾ ਜੇ ਲੇਬਰ ਕੋਰਟ ਘੋਸ਼ਿਤ ਵੀ ਕਰ ਦਿੰਦਾ ਜੀ ਕਿ ਹਾਂਜੀ ਤੁਹਾਡੇ ਇੰਪਲੋਏ ਨੇ ਤੁਹਾਡੇ ਪੈਸੇ ਮਾਰੇ ਆ ਲਓ ਜੀ, ਮੈਂ ਤੁਹਾਨੂੰ ਜੱਜਮੈਂਟ ਦੇ ਦਿੱਤੀ, ਦੈਟ ਜਸਟ ਅ ਪੀਸ ਆਫ ਪੇਪਰ। ਉਹਦੀ ਕੋਈ ਇਨਫੋਰਸਮੈਂਟ ਨਹੀਂ ਹੈਗੀ, ਲੈ ਕੇ ਉਹਨੂੰ ਘੁੰਮੀ ਜਾਓ। ਬਹੁਤ ਅੱਗੇ ਲੰਬੇ ਪ੍ਰੋਸੈਸ ਆ, ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਬਿਊਰੋਕ੍ਰੇਸੀ ਆ, ਉਹ ਹੱਥ ਬੰਨ੍ਹ ਕੇ ਬੈਠੇ ਆ ਕਿ ਨਹੀਂ ਸਾਡੇ ਕੋਲ ਨਹੀਂ ਹੁੰਦਾ, ਤੇਰੇ $3-4 ਦੇ ਬਦਲੇ ਅਸੀਂ ਕਿੱਥੇ ਪ੍ਰੋਸੀਕਿਊਟ ਕਰਦੇ ਫਿਰਾਂਗੇ ਕਿਸੇ ਨੂੰ, ਕਿੱਦਾਂ ਅਸੀਂ ਉਹਨੂੰ ਪਰਸਿਊ ਕਰਦੇ ਫਿਰਾਂਗੇ। ਦੈਟ ਮੀਨਸ ਜਿਹੜਾ ਕਾਨੂੰਨ ਹੈ ਇਹ ਵੀ ਜਿਹੜੀਆਂ ਸਾਡੇ ਜਿਹੜੇ ਗਵਰਨਮੈਂਟ ਅਫੀਸ਼ੀਅਲਸ ਨੇ ਜਾਂ ਇਲੈਕਟਡ ਜਿਹੜੇ ਨੁਮਾਇੰਦੇ ਨੇ, ਉਹਨਾਂ ਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ। ਬਿਲਕੁਲ। ਅੱਛਾ, ਅੱਗੇ ਇਹ ਮਨਵੀਰ ਢੀਂਡਸਾ ਹੋਰਾਂ ਦਾ ਕਮੈਂਟ ਸੀ ਤਾਂ ਅਸੀਂ ਲੈ ਚੁੱਕੇ ਹਾਂ ਕਿ ਜਿਹੜਾ ਜੇ ਡੈਮੇਜ ਹੋ ਜਾਏ ਜੀ। ਗੁਰਿੰਦਰ ਕਹਿੰਦੇ ਨੇ ਕਿ ਓਨਲੀ ਡਿਡਕਸ਼ਨ ਦੈਟ ਕੈਨ ਬੀ ਡਿਡਕਟਡ ਆਰ ਫੈਡਰਲ ਟੈਕਸ EICPP. Other than that, all other reductions like health benefits, RRSP are an agreement between the employer and employee. ਤੇ ਗੱਲ ਠੀਕ ਹੈ ਖੈਰ ਇਹਨਾਂ ਦੀ ਜੀ। ਤੇ when you don't pay your fair share of taxes, ਇਹ ਅਸਲ ਦੇ 'ਚ ਇੱਕ ਹੋਰ ਕਮੈਂਟ ਨੇ ਕੀਤਾ, then simply you are a thief and you are looting away from other citizens and you are not contributing to the development of Canada, which means you are anti-Canadian. ਕਾਫੀ ਤਿੱਖਾ ਕਮੈਂਟ ਇਹਨਾਂ ਨੇ ਕਰ ਦਿੱਤਾ। ਅਤੇ ਸੰਦੀਪ ਸੰਘਾ ਨੇ ਖੈਰ ਤੁਹਾਡੀ ਗੱਲਬਾਤ ਉਹਨਾਂ ਨੂੰ ਪਸੰਦ ਆ ਰਹੀ ਹੈ। ਅਤੇ ਪੇਰੋਲ ਅਤੇ ਓਵਰ ਟਾਈਮ ਦਾ ਕੀ ਰੂਲ ਹੈ ਜੀ? ਕਾਰਤਿਕ ਪੁੱਛ ਰਹੇ ਨੇ। ਪੇਰੋਲ ਦੇ ਉੱਪਰ ਓਵਰ ਟਾਈਮ ਦਾ ਰੂਲ ਦੇਖੋ ਜੀ, ਜਿੱਦਾਂ ਦੋ ਜਿਹਨੂੰ ਆਪਾਂ ਕਹਿੰਦੇ ਹਾਂ ਸਟੇਟ ਦੀ ਸਰਕਾਰ ਅਤੇ ਸੈਂਟਰ ਦੀ ਸਰਕਾਰ, ਇੱਕ ਇਹ ਬਹੁਤ ਨਾ ਇੱਥੇ ਹਵਾ ਜਿਹਾ ਫਾਇਦਾ ਕੀਤਾ ਵੀ ਯਾਰ ਮੈਂ ਫੈਡਰਲ 'ਚ ਕੰਮ ਕਰਦਾ ਕਿ ਮੈਂ ਪ੍ਰੋਵਿੰਸ਼ੀਅਲ 'ਚ ਕੰਮ ਕਰਦਾ। ਇਹਦੇ ਵਿੱਚ ਮੈਂ ਤਾਂ ਆਪਣੇ ਸਰੋਤਾਂ ਸਿੰਪਲ ਜਿਹਾ ਕਰਦਾ ਕਿ ਆਪਾਂ ਓਨਟਾਰੀਓ ਜੇ ਟੋਰਾਂਟੋ ਦੇ ਵਿੱਚ ਕੰਮ ਕਰਦੇ ਹਾਂ ਤਾਂ ਆਪਾਂ ਸਟੇਟ ਦੇ ਵਿੱਚ ਆਉਂਦੇ ਹਾਂ, ਅਤੇ ਜੇ ਆਪਾਂ ਓਨਟਾਰੀਓ ਤੋਂ ਬਾਹਰ ਕੰਮ ਕਰਦੇ ਹਾਂ ਕ੍ਰੋਸ ਬਾਰਡਰ ਅਤੇ ਜਾਂ ਕ੍ਰੋਸ ਇੰਟਰ ਪ੍ਰੋਵਿੰਸ਼ੀਅਲ ਤਾਂ ਫਿਰ ਆਪਾਂ ਫੈਡਰਲ ਦੇ ਵਿੱਚ ਆਉਂਦੇ ਹਾਂ। ਦੋਨਾਂ ਦਾ ਅਲੱਗ-ਅਲੱਗ ਸਿਸਟਮ ਹੈਗਾ ਆ, ਪਰ ਜਿਹੜਾ ਮੇਨ ਸਿਸਟਮ ਆਪਾਂ ਫੈਡਰਲ ਦਾ ਲੈ ਕੇ ਚੱਲੀਏ ਤਾਂ ਉਹ 8 ਘੰਟੇ ਤੋਂ ਬਾਅਦ ਓਵਰ ਟਾਈਮ ਸ਼ੁਰੂ ਹੋ ਜਾਂਦਾ ਹੈਗਾ। Companies use miles of USA and pay Canadian dollars, not KM. ਹਾਂਜੀ, ਵੀ ਕਿਲੋਮੀਟਰ 'ਚ ਨਹੀਂ ਪੈਸਾ ਪੇ ਕਰਦੇ। ਅੱਛਾ, ਇਹ ਵੀ ਚੱਲਦਾ, ਇਹ ਵੀ ਹੇਰਾ ਫੇਰੀ ਚੱਲਦੀ। ਹਾਂਜੀ, ਕਿਉਂਕਿ ਬੇਸਿਕਲੀ ਤਾਂ ਅਸੀਂ ਇੱਕ ਡਿਪੈਂਡੈਂਟ ਇਕੋਨਮੀ ਆ ਨਾ ਜੀ ਕੈਨੇਡਾ। ਸਾਡੇ ਜਿਹੜੇ ਮੇਜਰ ਲੋਡਸ ਹੈਗੇ ਆ ਉਹ ਤਾਂ ਅਮਰੀਕਾ ਤੋਂ ਹੀ ਆਣੇ ਆ, ਅਤੇ ਜਿਹੜੀਆਂ ਮੇਜਰ ਕੰਪਨੀਜ਼ ਹੈਗੀਆਂ ਜਿਹਨੂੰ ਬਿਗ ਪਲੇਅਰਸ ਆਪਾਂ ਕਹਿੰਦੇ ਆ, ਉਹ ਸਾਰੇ ਮਾਈਲਸ ਦੇ ਵਿੱਚ ਹੀ ਚੱਲਦੇ ਜੀ ਉੱਪਰੋਂ। ਓਕੇ, ਪਰ ਇਹ ਮਤਲਬ ਫਿਰ ਇੱਥੇ ਥੋੜ੍ਹੀ ਜਿਹੀ ਗੜਬੜ ਕਰਦੇ ਨੇ, ਹੈ ਨਾ? ਹਾਂਜੀ, ਬਹੁਤ ਗੜਬੜ ਆ ਜੀ। ਪੇਸ ਇਹਦੇ ਵਿੱਚ ਇੱਕ ਬੜਾ ਵੱਡਾ ਫੈਕਟਰ ਆ ਸ਼ਮੀਲ ਜੀ, ਉਹ ਇਹ ਹੈ ਕਿ ਪੈਸੇ ਇਹਨਾਂ ਨੇ ਤੁਹਾਨੂੰ ਗੂਗਲ ਦੇ ਰਸਤੇ ਤੋਂ ਦੇਣੇ ਆ, ਗੂਗਲ ਦੇ ਪੈਸੇ ਦੇਖ ਕੇ, ਗੂਗਲ ਦੇ ਮਾਈਲਸ ਦੇਖ ਕੇ, ਅਤੇ ਟਰੱਕ ਤੁਹਾਡੇ ਤੋਂ ਚਲਵਾਉਣਾ ਹੈਗਾ ਇਹਨਾਂ ਨੇ PC ਮਾਈਲਰ ਦੇ ਥਰੂ। ਜਿਹੜਾ ਟਰੱਕ ਰੂਟ ਆ ਉਹ ਕਾਰ ਰੂਟ ਤੋਂ ਵੱਖਰਾ ਆ, ਲੰਬਾ ਹੁੰਦਾ ਆ, ਕਈ ਵਾਰ ਤਾਂ ਡੇਢਾ ਹੁੰਦਾ ਆ। ਕੰਮ ਤੁਸੀਂ ਵੱਧ ਕਰ ਰਹੇ ਆ, ਪੈਸੇ ਤੁਹਾਨੂੰ ਘੱਟ ਮਿਲ ਰਹੇ ਆ। ਅੱਛਾ, ਹਰੇਕ ਪਾਸਿਓਂ ਲੋਟਾ ਜੀ, ਹਰੇਕ ਪਾਸਿਓਂ ਲੋਟਾ। ਮਾਈਲਾਂ ਦੇ ਵਿੱਚੋਂ ਵੀ ਤੁਹਾਡੀ ਐਂਡ ਆਫ ਦਾ ਪੇ ਤੁਹਾਨੂੰ ਸਰ ਤਰਾਸਦੀ ਇਹ ਆ ਕਿ ਬੀਇੰਗ ਐਨ ਓਨਰ ਆਪਰੇਟਰ, ਮੈਂ ਪਹਿਲਾਂ ਵੀ ਗੱਲ ਕੀਤੀ, $1,00,000 ਦਾ ਟਰੱਕ ਆਪਾਂ ਯੂਜ਼ ਟਰੱਕ ਲੈਂਦੇ ਹਾਂ $1,00,000 ਦਾ, ਉਹ ਟਰੱਕ ਲੈ ਕੇ $1,00,000 ਦਾ ਨਾ ਜੀ $50,000 ਮੰਗਤਿਆਂ ਵਾਂਗੂ ਮੰਗਣੇ ਪੈਂਦੇ। ਭਾਜੀ ਇੱਥੇ ਤੁਸੀਂ ਘੱਟ ਦੇ ਤੇ ਮੈਨੂੰ, ਭਾਜੀ ਤੁਸੀਂ ਇੱਥੇ ਘੱਟ, ਸਰ ਭੈਣ ਜੀ ਆਹ ਦੇਖਿਓ ਮਾੜਾ ਜੀ ਮੇਰੀ ਪੇ ਘੱਟ ਆਈ ਆ। ਕਿਹੜੀ ਵੱਡੀ ਤਰਾਸਦੀ ਆ ਦੇਖੋ ਤੁਸੀਂ, $1,00,000 ਦਾ ਟਰੱਕ ਲੈ ਕੇ ਵੀ ਤੁਸੀਂ ਪਿੱਛੇ ਇੰਪਲੋਇਰ ਦੇ ਫਿਰਦੇ ਪਏ ਆ, ਪੈਸੇ ਦੇ ਦਿਓ। ਸੋ ਬੇਸਿਕਲੀ ਜਿਹੜੀ ਅਵੇਅਰਨੈਸ ਦੀ ਕਮੀ ਹੈ, ਅਤੇ ਜਿਵੇਂ ਤੁਸੀਂ ਦੱਸਿਆ ਕਈਆਂ ਨੇ ਸਮਝਾ ਦਿੱਤਾ ਕਿ ਸ਼ਾਰਟ ਟਰਮ ਇਹਦੇ ਨਾਲ ਜੀ ਟੈਕਸ ਚੋਰੀ ਹੋ ਜਾਂਦਾ। ਇਹਦੇ ਜਿਹੜੇ ਇਹ ਚਾਰਟਰਡ ਅਕਾਊਂਟੈਂਟ ਨੇ ਜੀ, ਇਹਨਾਂ ਨੇ ਵੀ ਕਾਫੀ ਗੁੰਮਰਾਹ ਕੀਤਾ ਹੋਇਆ ਲੋਕਾਂ ਨੂੰ ਆਪਣਾ ਧੰਦਾ ਚਲਾਉਣ ਲਈ, ਕਿਉਂਕਿ ਉਹਨਾਂ ਨੂੰ ਇਹਦੇ 'ਚ ਫਾਇਦਾ।
ਹਾਂਜੀ, ਉਹਦੇ ਵਿੱਚ ਫਾਇਦਾ ਜੀ $700 ਤੋਂ $1000 ਪਰ ਬੰਦਾ ਲੈਂਦੇ ਆ ਜੀ ਸਾਲ ਦਾ। ਪਹਿਲੀ ਗੱਲ ਤਾਂ ਇਹ ਹੋ ਗਈ। ਫਿਰ ਜਦੋਂ ਆਪਾਂ ਕਾਰਪੋਰੇਸ਼ਨ ਖੋਲ੍ਹਣੀ ਆ ਉਦੋਂ 400-500 ਤੋਂ ਲੈ ਕੇ 1000 ਤੱਕ, ਜੇ ਨਾਮ ਵਾਲੀ ਖੋਲ੍ਹਣੀ ਆ ਤਾਂ ਅਲੱਗ, ਨੰਬਰ ਵਾਲੀ ਅਲੱਗ ਆ। ਦੇਖੋ, ਮੈਂ ਇੱਦਾਂ ਕਿਸੇ ਨੂੰ ਟਾਰਗੇਟ ਕਰਕੇ ਨਹੀਂ ਕਹਿ ਰਿਹਾ, ਇਹ ਪੂਰਾ ਸਿਸਟਮ ਹੀ ਫਲॉड ਆ। ਮੈਨੂੰ ਲੱਗਦਾ ਕਿ ਸਰਕਾਰ ਨੇ ਇਹ ਸਿਸਟਮ ਸ਼ੁਰੂ ਕਿਉਂ ਹੋਣ ਦਿੱਤਾ ਪਹਿਲਾਂ, ਕਿ ਜੇ ਤਾਂ ਪਤਾ ਹੀ ਸੀਗਾ ਕਿ ਇਹ ਸਿਸਟਮ ਸਾਡੇ ਖਿਲਾਫ ਆ। ਹੁਣ ਸਰਕਾਰ ਤੱਤੀ ਤਾਂ ਹੋਈ ਪਈ ਆ। ਪੈਂਡੈਮਿਕ ਤੋਂ ਬਾਅਦ ਪੈਸੇ ਤਾਂ ਜ਼ਿਆਦਾ ਵੰਡ ਦਿੱਤੇ ਪੈਂਡੈਮਿਕ ਦੇ ਵਿੱਚ। ਹੁਣ ਜਿਹੜਾ ਕੰਪਨੀਆਂ ਹੈਗੀਆਂ ਸਰ, ਉਹ ਦੋਨੋਂ ਆਪਾਂ ਮੰਨਦੇ, ਅਸੀਂ ਤਾਂ ਛੋਟੀ ਮਛਲੀ ਆ। ਅਸੀਂ ਤਾਂ ਸਿਰਫ ਚਲੋ ਕਹਿ ਲਓ 5-10 ਹਜ਼ਾਰ ਮਾਰ ਲਿਆ, ਡਰਾਈਵਰ ਨੇ 5-10 ਹਜ਼ਾਰ ਦੀ ਟੈਕਸ ਸੇਵਿੰਗ ਕਰ ਲਈ। ਕੰਪਨੀਆਂ ਸਰ, ਜਿੱਦਾਂ ਮੈਂ ਤੁਹਾਨੂੰ ਆਪਾਂ ਪਹਿਲੀ ਵੀ ਗੱਲ ਹੋਈ ਸੀਗੀ ਕਿ ਉੱਪਰੋਂ ਜਦੋਂ ਲੋਡ ਸ਼ੁਰੂ ਹੁੰਦਾ ਆ, ਉਹ ਨਾਨ ਟੈਕਸੇਬਲ ਆ। ਅਮਰੀਕਾ ਤੋਂ ਜਾਂ ਜਿੱਥੇ ਵੀ ਲੋਡ ਬੋਰਡ ਦੇ ਉੱਪਰ, ਸਾਰੇ ਸਰੋਤਿਆਂ ਨੂੰ ਪਤਾ ਜਿਹੜੇ ਟਰੱਕਿੰਗ ਕੰਮ ਕਰਦੇ ਆ, ਉਹਦੇ ਉੱਤੇ ਕੋਈ ਲੋਡ, ਉਹਦੇ ਉੱਤੇ ਕੋਈ ਟੈਕਸ ਹੀ ਨਹੀਂ ਹੈਗਾ ਲੋਡ ਦੇ ਉੱਪਰ। ਜਿਹੜੀ ਚੀਜ਼ ਉੱਪਰੋਂ ਸ਼ੁਰੂ ਹੋਈ ਹੈ ਜਿੱਤੇ ਕੋਈ ਟੈਕਸ ਫਰੀ ਆ, ਉਹਦੇ ਤੇ ਤੁਸੀਂ ਥੱਲੇ ਆਂਦੇ ਤੱਕ ਕਿੰਨੀ ਵਾਰ ਟੈਕਸ ਲੈ ਲਓਗੇ? ਤੇ ਟੈਕਸ ਲੈ ਕਿੱਦਾਂ ਸਕਦੇ ਆ ਤੁਸੀਂ? ਪਹਿਲੀ ਗੱਲ ਤਾਂ ਆਪਾਂ ਡਰਾਈਵਰਾਂ ਨੂੰ HST ਦੇਤੀ ਕੰਪਨੀ ਵਾਲਿਆਂ ਨੇ, ਫਿਰ ਆਪਾਂ ਉਹ HST ਐਜ਼ ਏ ਖਰਚਾ ਸ਼ੋ ਕਰਕੇ ਉਹ ਵੀ ਸਰਕਾਰ ਤੋਂ ਲੈ ਲਈ। ਫਿਰ ਆਪਾਂ ਫਿਊਲ ਦੀ HST ਵੀ ਲੈ ਲਈ, ਫਿਰ ਆਪਾਂ ਐਕਸਪੈਂਸਿਸ ਦੀ HST ਵੀ ਲੈ ਲਈ। ਆਪਾਂ ਹਰ ਪਾਸੇ ਸਰਕਾਰ ਨੂੰ ਲੁੱਟ ਰਹੇ ਹਾਂ। ਹੁਣ ਜਦੋਂ ਸਰਕਾਰਾਂ ਉਦੋਂ ਹੀ ਜਾਗਦੀਆਂ ਜਦੋਂ ਤੱਕ ਸਰਕਾਰ ਦੇ ਗੱਲ ਤੱਕ ਉਹ ਨਹੀਂ ਪਹੁੰਚਦਾ। ਹੁਣ ਸਰਕਾਰ ਦੇ ਗੱਲ ਵਿੱਚ ਫੰਦਾ ਪੈ ਗਿਆ ਕਿ ਯਾਰ ਮੈਨੂੰ ਤਾਂ ਕੰਪਨੀ ਹਰ ਪਾਸੋਂ, ਮੈਂ ਤਾਂ ਹਰ ਪਾਸੋਂ ਲੁੱਟ ਹੋ ਰਿਹਾ। ਮੈਂ ਵੇਜ ਸਬਸਿਡੀ ਵੀ ਦਿੱਤੀ ਇੰਪਲੋਇਰਸ ਨੂੰ, ਹੈ ਨਾ। ਇਹਨਾਂ ਨੇ ਵੇਜ ਸਬਸਿਡੀ ਵੀ ਕਲੇਮ ਕੀਤੀ ਆ, ਜਦ ਕਿ ਇੰਪਲੋਈ ਇਹਨਾਂ ਨੇ ਰੱਖੇ ਨਹੀਂ, ਇਹਨਾਂ ਨੇ ਸਬ ਕੰਟਰੈਕਟਰ ਰੱਖੇ ਹੋਏ ਆ। ਲੱਖਾਂ ਡਾਲਰ ਕੰਪਨੀਆਂ ਨੇ ਸਰ ਵੇਜ ਸਬਸਿਡੀ ਦੇ ਵਿੱਚ ਲੈ ਲਏ। ਫਿਰ ਤੁਸੀਂ ਵੇਜ ਵੀ ਮਾਰ ਲਈ, ਪੈਸੇ ਵੀ ਚੋਰੀ ਕਰ ਲਏ। ਸਾਡਾ ਵੀ ਕੁਛ ਸਰਕਾਰ ਤੱਕ ਧਮਕ ਪਹੁੰਚੀ ਕਿ ਯਾਰ ਸੜਕਾਂ 'ਤੇ ਬੱਚੇ ਉਤਰ ਆਏ ਆ, ਇੰਪਲੋਈ ਸੜਕਾਂ 'ਤੇ ਉਤਰ ਆਏ ਹੈਗੇ ਕਿ ਇਹ ਪੈਸਾ ਨਹੀਂ ਮਿਲਦਾ ਪਿਆ। ਦੂਜੇ ਨੰਬਰ 'ਤੇ ਜਦੋਂ ਆ ਗਿਆ ਕਿ ਹਰ ਪਾਸੇ ਉਹ ਸਰਕਾਰ ਦੀ ਟੈਕਸ ਦੀ ਲੁੱਟ ਹੋਈ ਆ, ਤਾਂ ਹੁਣ ਸਰਕਾਰ ਨੇ ਸ਼ਿਕੰਜਾ ਕੱਸਿਆ ਜੀ। ਮੇਰੇ ਕੋਲ ਇੱਕ ਮਨੋਜ ਹੋਰਾਂ ਦਾ ਕਮੈਂਟ ਹੈ, ਮੈਸੇਜ ਹੈ ਕਿ ਕੰਪਨੀਜ਼ 60 ਆਵਰ ਘੰਟੇ ਤੋਂ ਬਾਅਦ ਪੇ ਕਰਦੀਆਂ ਨੇ ਓਵਰ ਟਾਈਮ, ਜਦ ਕਿ ਦੂਜੇ ਸੈਕਟਰਾਂ 'ਚ 40 ਆਵਰ ਹੈ। ਹਾਂਜੀ, ਇਹ ਵੀ ਬਹੁਤ ਕਈ ਟਰੱਕਰਜ਼ ਨੂੰ ਇਹ ਲੱਗਦਾ ਕਿ ਹੁੰਦਾ ਹੀ ਇੱਦਾਂ। ਨਹੀਂ, ਇਹ ਮੇਰੇ ਖਿਆਲ ਨਾਲ ਜੀ, ਜੇ ਮੈਂ ਗਲਤ ਨਹੀਂ ਤਾਂ 44 ਆਵਰ ਤੋਂ ਬਾਅਦ ਉਹ ਹੋ ਜਾਂਦਾ ਸ਼ੁਰੂ, 40+ ਤੋਂ ਉੱਪਰ ਜੋ ਵੀ ਚੱਲ ਜਾਵੇ। ਪਰ ਟਰੱਕਰਸ ਦਾ ਕੰਮ ਤਾਂ ਹੈ ਹੀ ਸਰ। ਦੇਖੋ, ਆਵਰ ਆਫ ਸਰਵਿਸ ਜਿਹੜੀ ਕੈਨੇਡਾ ਦੇ ਵਿੱਚ ਈ-ਲੌਗ ਹੁਣ ਲਾਗੂ ਹੋ ਗਈ ਆ, 13 ਘੰਟੇ ਦੀ ਤਾਂ ਆਪਣੀ ਸਰਵਿਸ ਹੀ ਆ। ਅਤੇ ਜੇ 13 ਘੰਟੇ ਨੂੰ ਆਪਾਂ 5 ਘੰਟੇ ਨਾਲ ਵੀ ਲਾਈਏ ਤਾਂ ਸਾਡੇ ਤਾਂ ਘੰਟੇ ਬਹੁਤ ਗਾਂਹ ਜਾਂਦੇ ਪਏ ਆ। ਅਤੇ ਉਹ ਸਾਡਾ ਤਾਂ 8 ਆਵਰ ਤੋਂ ਬਾਅਦ ਓਵਰ ਟਾਈਮ ਸ਼ੁਰੂ ਹੋ ਜਾਣਾ ਚਾਹੀਦਾ। ਪਰ ਜਿੱਦਾਂ ਇਹਨਾਂ ਨੇ ਕੀਤਾ ਹੋਇਆ ਕਿ ਉਹਦਾ ਵੀ ਲੂਪ ਹੋਲ ਲੱਭ ਲਿਆ, ਅਸੀਂ ਤੁਹਾਨੂੰ ਟ੍ਰਿਪਾਂ ਦੇ ਹਿਸਾਬ ਨਾਲ ਪੈਸੇ ਦੇ ਦਾਂਗੇ ਜੀ, ਤੁਸੀਂ ਟ੍ਰਿਪਾਂ ਦੇ ਹਿਸਾਬ ਨਾਲ ਪੈਸੇ ਲੈ ਲਓ। ਅਰੇ ਆਪਣੇ ਹੱਕਾਂ ਲਈ ਖੜੇ ਹੋਵੋ, ਜਾਣੋ, ਕਹੋ ਕਿ ਨਹੀਂ ਅਸੀਂ ਆਵਰ ਲਈ ਕੰਮ ਕਰਨਾ, ਅਸੀਂ ਨਹੀਂ ਟ੍ਰਿਪਾਂ 'ਤੇ ਕੰਮ ਕਰਨਾ। ਅਸੀਂ ਕਿਉਂ ਤੁਹਾਡੇ ਤੋਂ ਦਿਹਾੜੀ 'ਤੇ ਕੰਮ ਕਰੀਏ? ਅਸੀਂ ਮਜ਼ਦੂਰ ਥੋੜ੍ਹਾ ਆ। ਅਸੀਂ ਇੱਕ ਬਲੂ ਕਾਲਰ ਜੋਬ ਆ, ਤੁਹਾਨੂੰ ਇੱਕ ਸਕਿਲਡ ਵਰਕਰ ਦੇ ਤਹਿਤ ਲਿਆ ਜਾਂਦਾ ਆ, ਤਾਂ ਆਪਾਂ ਕਿਉਂ ਨਾ ਆਪਣੇ ਹੱਕਾਂ ਲਈ ਖੜੇ ਹੋਈਏ? ਓਕੇ, ਇਹ ਵੀ ਕਾਫੀ ਹੈਗਾ। ਇੱਕ ਅੱਗੇ ਹੈਗਾ ਜੀ, ਕਹਿੰਦੇ ਕੰਮ ਕਰ ਰਹੇ ਨੇ ਕਿਸੇ ਇੰਪਲੋਇਰ ਨਾਲ ਜੀ। ਉਹਦਾ ਇੱਕ ਟਰਮੀਨਲ ਟੋਰਾਂਟੋ 'ਚ ਹੈ, ਹੈੱਡ ਆਫਿਸ ਉਹਨਾਂ ਦਾ ਐਡਮਿੰਟਨ 'ਚ ਹੈ ਜੀ। ਸੋ ਨੋ ਟਰੈਵਲਿੰਗ ਆਊਟ ਆਫ ਪ੍ਰੋਵਿੰਸ। ਆਮ ਪ੍ਰੋਵਿੰਸ਼ੀਅਲ ਇੰਪਲੋਈ ਔਰ ਫੈਡਰਲ, ਇਹ ਵੀ ਕਨਫਿਊਜ਼ ਹੋਏ ਨੇ ਇਸ ਚੱਕਰ 'ਚ। ਜੀ, ਤੁਹਾਡਾ ਜਿਹੜਾ ਇੰਪਲੋਇਰ ਆ ਉਹਦਾ ਸਟੇਟਸ ਪਤਾ ਲੱਗਣਾ ਜੀ। ਇੰਪਲੋਇਰ ਦਾ ਸਟੇਟਸ ਜਿਹੜਾ ਹੈਗਾ, ਉਹਦੀ ਜਿਹੜੀ ਕਾਰਪੋਰੇਸ਼ਨ ਰਜਿਸਟਰ ਕਰਵਾਈ ਹੋਈ ਹੈਗੀ, ਉਹ ਫੈਡਰਲ ਹੀ ਹੋਏਗੀ, ਕਿਉਂਕਿ ਉਹ ਆਊਟ ਆਫ ਪ੍ਰੋਵਿੰਸ਼ੀਅਲ ਕੰਮ ਕਰਦਾ ਪਿਆ ਹੈ। ਅੱਗੇ ਜੀ ਇੱਕ ਮੈਸੇਜ ਹੈ, ਇਹਨਾਂ ਦਾ ਨਾਮ ਨਹੀਂ ਹੈ, ਕਿ ਆਈ ਵੁੱਡ ਲਾਈਕ ਟੂ ਟਾਕ ਟੂ ਯੂ ਇਫ ਯੂ ਵਾਂਟ ਟੂ ਹੀਅਰ ਦਾ ਅਦਰ ਸਾਈਡ ਆਫ ਦਿਸ ਕਨਵਰਸੇਸ਼ਨ। ਬਿਲਕੁਲ ਜੀ, ਤੁਸੀਂ ਇੱਥੇ ਕਰ ਦਿਓ ਲੰਬਾ ਕਮੈਂਟ। ਅਸੀਂ ਅਜੇ ਕਾਲ 'ਤੇ ਅਜੇ ਨਹੀਂ ਲੈ ਰਹੇ, ਅਤੇ ਇੱਥੇ ਟੈਕਸਟ ਕਰ ਦਿਓ ਜੇ ਮੈਨੂੰ ਲੱਗਦਾ ਨਹੀਂ ਹੁਣ ਕਾਲ ਅਸੀਂ ਲੈ ਪਾਵਾਂਗੇ। ਅਤੇ ਹਿਮਾਂਸ਼ੂ, ਆਪਣਾ ਗੁਰਕਰਨ ਦਾ ਵੀ ਮੈਸੇਜ ਹੈ, ਅਤੇ ਹਿਮਾਂਸ਼ੂ ਇਹ ਜਿਹੜਾ US ਤੇ ਜਿਹੜੇ ਮਾਈਲਜ਼ ਅਤੇ ਕਿਲੋਮੀਟਰ ਵਾਲਾ ਇੱਕ ਇਹਨਾਂ ਨੇ ਹੋਰ ਕਿਹਾ ਹੈ, ਆਪਣੇ ਹਿਮਾਂਸ਼ੂ, ਕਿ ਫॉर US ਲੋਡ ਟੂ ਕੈਨੇਡਾ ਕੰਪਨੀਜ਼ ਗੈਟਸ ਮਾਈਲਜ਼ ਇਨ US ਡਾਲਰ ਬਟ ਦੇ ਪੇ ਕੈਨੇਡੀਅਨ। ਇਹ ਵੀ ਚੱਕਰ ਹੈ। ਹਾਂਜੀ, ਇਹ ਵੀ ਚੱਲਦਾ। ਹਾਂਜੀ, ਮਤਲਬ ਉੱਥੇ ਵੀ ਥੋੜਾ ਕਨਫਿਊਜ਼ਨ ਪੈਦਾ ਕੀਤਾ। ਕਨਫਿਊਜ਼ਨ ਨਹੀਂ ਸਰ, ਇਹ ਤਾਂ ਸਿੰਪਲ ਜੀ ਗੱਲ ਆ। ਆਪਾਂ ਬੀਇੰਗ ਏ ਕੈਨੇਡੀਅਨ, ਆਪਾਂ ਕੈਨੇਡਾ ਦੇ ਰਹਿਣ ਵਾਲੇ ਆ, ਤਾਂ ਸਾਨੂੰ ਕੈਨੇਡੀਅਨ ਡਾਲਰ 'ਚ ਹੀ ਪੈਸੇ ਮਿਲਣੇ ਆ। ਆਪਾਂ ਉਹਦੇ ਵਿੱਚ ਨਹੀਂ ਕਰ ਸਕਦੇ, US ਦੇ ਵਿੱਚ ਕੰਮ ਨਹੀਂ ਕਰ ਸਕਦੇ, ਅਤੇ ਨਾ ਹੀ ਕਰਨੇ ਚਾਹੀਦੇ। ਇਹਦੇ ਵਿੱਚ ਇੱਕ ਹੋਰ ਪੱਖ ਆ, ਕਈ ਜਿਹੜੇ LMIਆਂ ਦਾ ਤੁਸੀਂ ਬਹੁਤ ਚੱਕਦੇ ਰਹਿੰਦੇ ਮੁੱਦਾ, LMIਆਂ 'ਤੇ ਜਿਹੜੇ ਬੱਚਿਆਂ ਨੂੰ ਕੰਮ ਹੋ ਰਿਹਾ, ਜਾਂ ਖਾਸ ਕਰਕੇ ਟਰੱਕ ਡਰਾਈਵਰਾਂ ਨੂੰ, ਉਹਨਾਂ ਨੂੰ ਸਰ ਇਲੀਗਲ ਕੰਮ ਕਰਾਇਆ ਜਾਂਦਾ। ਉਹਨੂੰ ਕਹਿੰਦੇ ਇੰਟਰਸਟੇਟ ਕੰਮ ਕਰਨਾ। ਇੱਥੋਂ ਭੇਜ ਦਿੰਦੇ ਆ ਸਰ ਲੋਡ ਚੁਕਾ ਕੇ ਮਿਸ਼ੀਗਨ ਤੋਂ ਲੋਡ ਚੁਕਾਉਂਦੇ ਆ ਫਲੋਰੀਡਾ ਜਾਂ ਕੈਲੀਫੋਰਨੀਆ ਜਾਂ ਟੈਕਸਸ, ਵਿਚ ਇਜ਼ ਕੰਪਲੀਟਲੀ ਇਲੀਗਲ। ਇਹ ਡਰਾਈਵਰ ਵੀਰਾਂ ਨੂੰ ਲੱਕ ਬੰਨ੍ਹ ਕੇ ਗੱਲ ਰੱਖਣੀ ਚਾਹੀਦੀ ਹੈ। ਅਮਰੀਕਾ ਤੋਂ ਬੈਨ ਹੋ ਜਾਓਗੇ ਜੇ ਫੜੇ ਗਏ ਤਾਂ।
ਦੂਜੇ ਨੰਬਰ 'ਤੇ 11 ਸਾਲ ਦੀ ਸਜ਼ਾ ਆ ਜੀ ਜੇ ਤੁਸੀਂ ਆਪਾਂ ਫੜ ਗਏ, ਕਿਉਂਕਿ ਆਪਾਂ ਅਮਰੀਕਾ ਵਾਲਿਆਂ ਦੀਆਂ ਜੋਬਾਂ ਖੋ ਰਹੇ ਹਾਂ। ਬਹੁਤ ਬੰਦਿਆਂ ਨਾਲ ਹੋਇਆ ਆ, 2 ਕੰਡੀਸ਼ਨਾਂ ਦੇ ਦਿੰਦੇ ਆ, ਜਾਂ ਤਾਂ ਜੀ ਤੁਸੀਂ ਅਮਰੀਕਾ ਤੋਂ ਬੈਨ ਹੋ ਜਾਓ ਅਤੇ ਵਾਪਸ ਮੁੜ ਜਾਓ, ਜਾਂ ਤੁਹਾਨੂੰ ਅਸੀਂ ਪ੍ਰੋਸੀਕਿਊਟ ਕਰਦੇ ਹਾਂ। ਉਹ ਹੁਣ ਜਿਹੜੀਆਂ ਕਈ ਕੰਪਨੀਜ਼ ਹੈਗੀਆਂ ਆ, ਉਹ ਜਿੱਦਾਂ ਜਿਹੜੀ ਉਹ ਗੱਲ ਨਿਕਲੀ ਹੈ ਕਿ $US ਦੇ ਵਿੱਚ ਉਹਨਾਂ ਨੂੰ $US ਦਾ ਲਾਲਚ ਆ ਕਿ ਇੱਥੋਂ ਆਪਾਂ ਮਿਸ਼ੀਗਨ ਤੱਕ ਭੇਜ ਦਿੰਦੇ ਹਾਂ। ਹੁਣ ਮੈਂ ਇਹ ਸਾਰੇ ਰਾਜ ਦੱਸੀ ਜਾ ਰਿਹਾ ਜੀ, ਜਿਹੜਾ ਤੁਹਾਨੂੰ ਕਹਿ ਰਿਹਾ ਨਾ ਕਿ ਮੈਂ ਦੂਜਾ ਪੱਖ ਵੀ ਸੁਣ ਲਓ, ਦੂਜਾ ਪੱਖ ਵਾਲਿਆਂ ਦੇ ਮੈਂ ਰਾਜ ਦੱਸ ਰਿਹਾ ਤੁਹਾਨੂੰ ਸਾਰੇ। ਇਹ ਚੋਰੀ ਆ ਬਹੁਤ ਤਕੜੀ। ਇਹਦੇ ਵਿੱਚ ਕੱਲ੍ਹ ਨੂੰ ਕੀ ਹੋਣਾ, ਕੀ ਕਰਦੇ ਆ ਸਰ, ਇੱਥੋਂ ਆਪਾਂ ਮਿਸ਼ੀਗਨ ਗਏ ਨਾ, ਮਿਸ਼ੀਗਨ ਲੋਡ ਖਾਲੀ ਕਰਤਾ, ਟ੍ਰੇਲਰ ਖਾਲੀ ਹੋ ਗਿਆ, ਮਿਸ਼ੀਗਨ ਤੋਂ ਲੋਡ ਜਿੱਦਾਂ ਮੈਂ ਤੁਹਾਨੂੰ ਦੱਸਿਆ ਫਲੋਰੀਡਾ ਦਾ ਚੱਕ ਲੈਣਾ, ਵਿਚ ਇਜ਼ ਇਲੀਗਲ। ਇੱਕ ਬੀਇੰਗ ਏ ਕੈਨੇਡੀਅਨ ਟਰੱਕ ਡਰਾਈਵਰ ਤੁਸੀਂ ਇੱਥੋਂ ਅਮਰੀਕਾ ਤੋਂ ਵਾਪਸ ਇੱਥੇ, ਦੈਟਸ ਇਟ। ਇੰਟਰਸਟੇਟ ਤੁਸੀਂ ਕੰਮ ਨਹੀਂ ਕਰ ਸਕਦੇ। ਜਦੋਂ ਇੰਟਰਸਟੇਟ ਕੰਮ ਕਰਵਾਉਂਦੇ ਆ ਤੁਹਾਨੂੰ ਕਹਿੰਦੇ ਜੀ ਇਹ ਪੇਪਰ ਪਾੜ ਦਿਓ, ਤੁਹਾਨੂੰ ਅਸੀਂ ਹੋਰ ਪੇਪਰ ਭੇਜਦੇ ਹਾਂ, ਨਕਲੀ ਬਿੱਲ ਬਣਾ ਕੇ, ਬਿੱਲ ਆਫ ਲੇਡਿੰਗ ਅਤੇ ਨਕਲੀ ਪੇਪਰ ਬਣਾ ਕੇ ਤੁਹਾਨੂੰ ਭੇਜ ਦਿੰਦੇ ਆ, ਅਤੇ ਤੁਸੀਂ ਇਹ ਦਿਖਾਣੇ ਆ ਜਸਟ ਇਨ ਕੇਸ ਜੇ ਤੁਸੀਂ ਕਿਤੇ ਪੁੱਲ ਓਵਰ ਹੋ ਜਾਓ ਸਕੇਲ ਦੇ ਉੱਪਰ, ਜਾਂ ਤੁਹਾਨੂੰ ਪੁਲਿਸ ਵਾਲਾ ਪੁੱਲ ਓਵਰ ਕਰ ਲਵੇ। ਬਹੁਤ ਸੀਰੀਅਸ ਕੌਨਸੀਕੁਐਂਸਿਸ ਹੈ ਜੀ ਇਸ ਚੀਜ਼ ਦੇ। ਜਾਂ ਤਾਂ ਤੁਸੀਂ ਕੰਪਲੀਟਲੀ ਬੈਨ ਹੋ ਜਾਓਗੇ US ਤੋਂ, ਅਤੇ ਜਾਂ ਤੁਹਾਨੂੰ 10 ਸਾਲ ਦੀ ਸਜ਼ਾ ਹੋ ਜਾਏ। ਇਹ ਸਾਰਾ ਕੁਛ ਚੱਲ ਇਸ ਕਰਕੇ ਰਿਹਾ ਕਿ ਜਿਹੜੇ ਟਰੱਕਰਜ਼ ਨੇ ਉਹਨਾਂ 'ਚ ਅਵੇਅਰਨੈਸ ਨਹੀਂ ਹੈ, ਅਤੇ ਦੂਜਾ ਉਹ ਇਸ ਕਿਸਮ ਦੀ ਸਿਚੁਏਸ਼ਨ 'ਚ ਕੰਮ ਕਰ ਰਹੇ ਨੇ, ਉਹਨਾਂ ਦੀਆਂ ਮਜਬੂਰੀਆਂ ਨੇ, LMIA ਵਾਲੇ ਜੀ। ਅਤੇ ਤੀਸਰਾ ਜਿਹੜੇ ਬਹੁਤ ਡੈਸਪਰੇਟ ਸਿਚੁਏਸ਼ਨ ਨੇ ਸਟੂਡੈਂਟ ਤਬਕਾ, ਬਸ, ਅਤੇ ਉਹ ਇਸ ਦਾ ਸ਼ਿਕਾਰ ਬਣ ਰਹੇ ਨੇ। ਇਕੱਲੇ ਸਟੂਡੈਂਟ ਤਬਕਾ ਨਹੀਂ ਜੀ, ਮੈਂ ਕਹੂੰਗਾ, ਮੈਂ ਜਦੋਂ ਅਸੀਂ ਵੀ ਪਹਿਲਾਂ ਆਪਣੀ ਜਿਹੜੀ ਔਰਗਨਾਈਜੇਸ਼ਨ ਨੂੰ ਇਹੀ ਕਹਿੰਦੇ ਹੁੰਦੇ ਸੀ ਕਿ ਅਸੀਂ ਸਟੂਡੈਂਟਾਂ ਲਈ ਲੜਦੇ ਹਾਂ, ਪਰ ਜਦੋਂ ਦੇਖਿਆ ਸਾਰੇ ਦੁਖੀ ਹੈ ਜੀ, ਜਿਹੜੇ PR ਵੀ ਆ, ਸਿਟੀਜ਼ਨ ਵੀ ਆ। ਇੱਕ ਸਾਹਿਬ ਜੀ ਸਾਡੇ ਕੋਲ ਆਏ, $1 ਲੱਖ ਦੀ ਜਜਮੈਂਟ ਲੈ ਕੇ ਫਿਰਦੇ ਪਏ ਆ ਕੰਪਨੀ ਤੋਂ, $1 ਲੱਖ ਦੀ। 2 ਟਰੱਕ ਕਿਤੇ ਕਿਸੇ ਕੰਪਨੀ ਚਲਾ ਰਹੇ ਹੋਣੇ ਆ, ਅਤੇ ਉਹ ਕਹਿੰਦੇ ਵੀ ਆਹ ਦੇਖੋ ਮੇਰੇ ਕੋਲ $1 ਲੱਖ ਦੀ ਮੇਰੇ ਕੋਲ ਜਜਮੈਂਟ ਆ, 2022 ਦੀ ਲੈ ਕੇ ਫਿਰ ਰਹੇ, 23 ਚੜ੍ਹ ਗਿਆ, ਕੋਈ ਇਨਫੋਰਸਮੈਂਟ ਨਹੀਂ। ਇਨਫੋਰਸਮੈਂਟ ਇਸ ਕਰਕੇ ਨਹੀਂ ਹੈਗੀ ਜੀ, ਅੱਜ ਕਾਰਪੋਰੇਸ਼ਨ ਖੋਲ੍ਹੋ, ਕੱਲ੍ਹ ਨੂੰ ਬੰਦ ਕਰ ਦਿਓ ਬੈਂਕਰਪਸੀ ਕਰਕੇ, ਪਰਸੋਂ ਨਵੀਂ ਖੋਲ੍ਹ ਲਓ। ਜਿੱਦਾਂ ਬਾਈ ਨੇ ਦੱਸਿਆ ਕਿ ਬੈਠੇ ਐਡਮਿੰਟਨ ਆ, ਟਰਮੀਨਲ ਐਡਮਿੰਟਨ ਆ, ਸਾਰੀਆਂ ਪਲੇਟਾਂ ਐਡਮਿੰਟਨ ਦੀਆਂ ਚੱਲ ਰਹੀਆਂ, ਇੰਸ਼ੋਰੈਂਸ ਐਡਮਿੰਟਨ ਤੋਂ ਚੱਲ ਰਹੀ ਆ, ਅਤੇ ਆਪਾਂ ਟਰੱਕਿੰਗ ਕਰ ਰਹੇ ਹਾਂ। ਆਪਾਂ ਟੋਰਾਂਟੋ ਦੇ ਵਿੱਚ ਰਹੇ ਹਾਂ, ਉੱਥੇ ਇੱਕ ਅੱਧਾ ਪੁਰਾਣਾ ਕੋਈ ਘਰ ਲੈ ਕੇ ਜਾਂ ਕਿਸੇ ਯਾਰ ਦੋਸਤ ਦੇ ਨਾਂ 'ਤੇ ਆਪਾਂ ਕੰਮ ਕਰਵਾ ਲਿਆ। ਉਹਦੀ ਫਿਰ ਇਨਫੋਰਸਮੈਂਟ ਕਿੱਦਾਂ, ਸਰਕਾਰ ਵੀ ਉੱਥੇ ਇਨਫੋਰਸਮੈਂਟ ਕਿੱਦਾਂ ਕਰ ਲੂਗੀ ਜੇ ਲੱਭਣਾ ਹੀ ਨਹੀਂ ਬੰਦਾ, ਨਾ ਉਹਦੇ ਅਕਾਊਂਟ ਦੇ ਵਿੱਚ ਕੋਈ ਪੈਸੇ ਹੋਣੇ ਆ, ਕਿਉਂਕਿ ਜਿਹੜਾ ਅਕਾਊਂਟ ਉਹਨੇ ਕਾਰਪੋਰੇਸ਼ਨ ਦੇ ਨਾਮ ਖੁਲਾਇਆ ਉਹ ਤਾਂ ਖੁਲਵਾਇਆ ਸੀਗਾ ਅਲਬਰਟਾ ਦੇ ਵਿੱਚ। ਜੇ ਆਪਾਂ ਉਹਨੂੰ ਇੱਕ ਟਰਮ ਆ ਉਹਨੂੰ ਕਹਿੰਦੇ ਗਾਰਨਿਸ਼ਮੈਂਟ ਕਰਨੀ ਆ, ਜੇ ਖੁਦਾ ਨਾ ਖਾਸਤਾ ਤੁਹਾਡੇ ਕੋਲ ਤੁਸੀਂ ਮੰਨ ਹੀ ਲਿਆ ਕਿ ਮੈਂ ਇਸ ਕੰਪਨੀ ਦੇ ਪਿੱਛੇ ਹੀ ਜਾਣਾ ਆ, ਫਿਰ ਉਹ ਤੋਂ ਇੱਕ ਅੱਗੇ ਟਰਮੀਨੋਲੋਜੀ ਆਉਂਦੀ ਹੈ ਕਿ ਜਦੋਂ ਤੁਹਾਨੂੰ ਜਜਮੈਂਟ ਮਿਲ ਜਾਂਦੀ ਆ ਫਿਰ ਤੁਸੀਂ ਉਹਨੂੰ ਐਕਸਲੇਟ ਕਰਦੇ ਆ ਕਿ ਨਹੀਂ ਮੈਂ ਤਾਂ ਪੈਸੇ ਲੈਣੇ ਹੀ ਲੈਣੇ। ਫਿਰ ਸਰਕਾਰ ਕਹਿੰਦੀ ਵੀ ਮੈਨੂੰ ਦੱਸ ਵੀ ਇਹਦੇ ਪੈਸੇ ਕਿੱਥੇ ਆ, ਇਹਦੀ ਅਕਾਊਂਟ ਕਿੱਥੇ ਆ, ਉਹਦੇ ਵਿੱਚ ਆਪਾਂ ਕਢਵਾ ਲੈਂਦੇ ਹਾਂ ਗਾਰਨਿਸ਼ਮੈਂਟ ਨਾਲ, ਰਾਈਟਸ ਹੈਗੇ ਆ ਇਸ ਚੀਜ਼ ਦੇ, ਉਹਦੇ ਵਿੱਚ ਹੈ ਹੀ ਕੁਛ ਨਹੀਂ, ਉਹ ਤਾਂ ਅਕਾਊਂਟ ਡੰਮੀ ਅਕਾਊਂਟ ਆ। ਇਹ ਵੈਸੇ ਬਹੁਤ ਜ਼ਿਆਦਾ ਮਸਲਾ ਹੈ, ਜਿਵੇਂ ਤੁਸੀਂ ਮੈਨੂੰ ਕਹਾਣੀ ਸੁਣਾ ਵੀ ਰਹੇ ਸੀ ਬ੍ਰੇਕ, ਜਿਹੜੀ ਐਕਸਪਲੋਇਟੇਸ਼ਨ ਹੈ ਜੀ, ਅਤੇ ਇਹ ਥੋੜ੍ਹੀਆਂ ਜਿਹੀਆਂ ਗੱਲਾਂ ਨੇ ਜਿਹੜੀਆਂ ਬਾਹਰ ਆ ਰਹੀਆਂ ਨੇ, ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ, ਜਿਹੜੇ ਬੰਦੇ ਖੁਦ ਟਰੱਕਿੰਗ 'ਚ ਨਹੀਂ, ਮਤਲਬ ਉਹਨਾਂ ਨੂੰ ਤਾਂ ਕੀ ਪਤਾ ਹੋਣਾ, ਟਰੱਕਿੰਗ ਵਾਲਿਆਂ ਨੂੰ ਵੀ ਨਹੀਂ ਪਤਾ। ਜੀ ਉਹ ਸਰ ਕਹਾਣੀ ਇੱਦਾਂ ਆ, ਇੱਕ ਸਾਹਿਬ ਜੀ ਨੇ ਆਪਣੇ ਕਿਸੇ ਯਾਰ ਦੋਸਤ ਨੂੰ, ਵਿਚਾਰਾ ਮੇਰੇ ਵਾਂਗੂ ਕਾਲਾ ਹੋਣਾ, ਉਹਨੇ ਬਹੁਤ ਗਾਣਿਆਂ 'ਚ ਦੇਖ ਲਿਆ ਵੀ ਕੈਨੇਡਾ ਤਾਂ ਸਵਰਗ ਆ ਜੀ, ਮੈਂ ਤਾਂ ਕੈਨੇਡਾ ਜਾ ਕੇ ਟਰਾਲਾ ਚਲਾਉਣਾ ਵਾ। ਚਲੋ ਉਹ ਕਾਲਾ ਸੀਗਾ, ਉਹਨੂੰ ਬੁਲਾ ਕੇ ਇੱਥੇ ਉਹਦਾ ਕੰਮ ਬਣਿਆ ਨਹੀਂ ਕੋਈ ਵੀ, ਉਹਨੇ ਵਿਚਾਰੇ ਨੂੰ ਰਿਫਿਊਜੀ ਪਾਣੀ ਪੈ ਗਈ ਜੀ, ਅਤੇ ਉਹ ਮੁੜ ਕੇ ਚੜ੍ਹ ਗਿਆ ਕਿਸੇ ਬਹੁਤ ਸੂਝਵਾਨ ਬੰਦੇ ਦੇ, ਜਿਹਦਾ ਆਪਾਂ ਦੱਸਿਆ ਜੀ। ਉਹ ਬੰਦੇ ਨੇ ਸਰ, ਮੈਂ ਨਾ ਉਹਨਾਂ ਲੋਡ ਐਕਸਚੇਂਜ ਕਰਵਾਉਣ ਗਿਆ ਤਾਂ ਉਹਦੇ ਕੋਲ ਸਮੈਲ ਮਾਰੇ। ਮੈਂ ਕਿਹਾ ਯਾਰ ਬ੍ਰਦਰ ਵੀ ਤੇਰੇ ਕੋਲ ਮੁਸ਼ਕ ਆ ਰਹੀ ਹੈ, ਕੀ ਗੱਲ? ਕਹਿੰਦਾ ਭਾਜੀ ਮੈਂ ਟਰੱਕ 'ਚ ਹੀ ਰਹਿਣਾ। ਅੱਛਾ, 36 ਘੰਟੇ ਪਾ ਜਾ, ਕਹਿੰਦਾ ਮੈਂ 48 ਘੰਟੇ ਟਰੱਕ 'ਚ ਹੀ ਕੰਮ ਕਰਦਾ, ਟਰੱਕ 'ਚ ਹੀ ਰਹਿਣਾ ਬ੍ਰਦਰ, ਕਹਿੰਦਾ ਤਾਂ ਕਹਿੰਦਾ ਮੇਰੇ ਤੋਂ ਪਸੰਦ। ਘਰ ਵੀ ਟਰੱਕ ਹੀ ਸੀ? ਹਾਂਜੀ, ਘਰ ਵੀ ਟਰੱਕ ਹੀ ਸੀਗਾ ਜੀ, ਕਿਉਂਕਿ ਰਿਫਿਊਜੀ ਆਇਆ, ਸਿੱਧਾ ਮੂੰਹ 'ਤੇ ਕਹਿੰਦੇ ਆ ਜੀ ਡਿਪੋਰਟ ਕਰਾ ਦਾਂਗੇ ਤੈਨੂੰ ਮੈਂ ਕਢਾ ਕੇ ਰਹੂੰਗਾ। ਕਹਿੰਦੇ ਸਰ ਸਾਡੇ ਕੋਲ ਵੀਡੀਓਜ਼ ਨੇ, ਬਲੇਟੈਂਟਲੀ ਸਿੱਧਾ ਕਹਿ ਰਹੇ ਰਿਫਿਊਜੀ ਇਹਨੂੰ ਇੱਥੋਂ ਕਢਾ ਕੇ ਰਹਿਣਾ। ਦੇਖੋ ਤੁਸੀਂ ਆਪਾਂ ਕਿੰਨਾ ਗਿਰ ਚੁੱਕੇ ਹਾਂ ਜੀ, ਕਿ ਅਸੀਂ ਆਪਣਾ ਨਹੀਂ ਸੋਚਦੇ ਕਿ ਅਸੀਂ ਕਿੱਦਾਂ ਆਏ ਸੀਗੇ ਇਸ ਕੰਟਰੀ ਦੇ ਵਿੱਚ, ਅਸੀਂ ਕਿਹੜੀ ਸਿਚੁਏਸ਼ਨ ਦੇ ਕੰਟਰੀ ਦੇ ਵਿੱਚ ਆਏ। ਕੰਪੈਸ਼ਨ ਰਹਿ ਹੀ ਨਹੀਂ ਗਿਆ। ਫਿਰ ਆਪਾਂ ਬੜੇ ਤਕੜੇ ਦੇਖੋ, ਮੈਂ ਇਹ ਵਰਡ ਜਿਹਨੂੰ ਯੂਜ਼ ਕਰਨਾ ਸੀਗਾ, ਫਿਰ ਆਪਾਂ ਧਾਰਮਿਕ ਅਦਾਰਿਆਂ ਦੇ ਵਿੱਚ ਜਾ ਕੇ ਨਾ ਬੜੇ ਆਪਣੇ ਆਪ ਨੂੰ ਬਹੁਤ ਸੋਹਣਾ ਪੇਸ਼ ਹੋ ਕੇ, ਪੁੱਗ ਮੇਰੇ ਵਾਂਗੂ ਸੋਹਣੀ ਬਣ ਕੇ ਨਾ ਪੇਸ਼ ਹੋ ਜਾਂਦੇ ਕਿ ਲੈ ਮੇਰੇ ਨਾਲ ਤਾਂ ਧਾਰਮਿਕ ਹੈ ਹੀ ਕੋਈ ਨਹੀਂ, ਮੇਰੇ ਨਾਲੋਂ ਚੰਗਾ ਬੰਦਾ ਨਹੀਂ ਕੋਈ ਵੀ ਹੈਗਾ। ਅਸੀਂ ਵੀ ਮਾੜੇ ਹਾਂ, ਮੈਂ ਵੀ ਕੋਈ, ਵੀ ਆਰ ਨੋਟ, ਨੋਬਡੀ ਇਜ਼ ਪਰਫੈਕਟ, ਪਰ ਐਟਲੀਸਟ ਕੋਈ ਕੰਪੈਸ਼ਨ ਗਰਾਊਂਡ ਤਾਂ ਰੱਖੋ। ਕਿੰਨੀਆਂ ਲਾਸ਼ਾਂ ਜਾ ਰਹੀਆਂ, ਕਿੰਨੇ ਬੱਚੇ ਮਰ ਰਹੇ ਆ। ਤੁਸੀਂ ਪਿੱਛੇ ਜੇ ਸੁਣਿਆ ਹੋਣਾ, ਲੋਟਸ ਫਿਊਨਰਲ ਹੋਮ ਵਾਲਾ ਬੰਦੇ ਨੇ ਸਾਨੂੰ ਅਪਰੋਚ ਕੀਤਾ, ਮਤਲਬ ਜਦੋਂ ਖਬਰ ਆਈ ਕਿ ਐਵਰੀ ਮੰਥ 5 ਲਾਸ਼ਾਂ ਭੇਜ ਰਿਹਾ ਮੈਂ, ਇੰਟਰਨੈਸ਼ਨਲ ਸਟੂਡੈਂਟ ਇੱਕ ਭੇਜ ਰਿਹਾ, ਜੇ ਦੂਸਰੇ ਨੂੰ ਪੁੱਛ ਕੇ ਦੇਖੋ ਸਾਰਿਆਂ ਦੀ ਐਵਰੇਜ ਹੈ। ਹਾਂਜੀ 5 ਲਾਸ਼ਾਂ, ਕਿੰਨੀ ਸਾਡੇ ਲਈ ਤਰਾਸਦੀ ਦੀ ਗੱਲ। ਉਹ ਵੀ ਕਿਸੇ ਦੇ ਬੱਚੇ ਆ,
ਉਹ ਵੀ ਕਿਸੇ ਮਾਂ-ਬਾਪ ਦੇ ਨੇ ਆਪਣੇ ਚਾਵਾਂ ਨਾਲ ਭੇਜੇ ਸੀਗੇ ਕਿ ਸਾਡਾ ਬੱਚਾ ਜਾਊਗਾ, ਜਾ ਕੇ ਤਰੱਕੀ ਕਰੂਗਾ, ਪਰ ਉਹ ਤਾਂ ਡੱਬੇ ਦੇ ਵਿੱਚ ਬੰਦ ਹੋ ਕੇ ਆਇਆ। ਬਹੁਤ ਅਫਸੋਸ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ। ਪਰ ਇਹ ਧੰਨਵਾਦ। ਕਹਾਣੀ ਇਸੇ ਜਸਟ ਕਿਵੇਂ ਇੱਕ ਝਲਕ ਜੀ ਦੇਖੀ ਅਸੀਂ, ਬਿਲਕੁਲ ਅਸਲੀ ਕਹਾਣੀ ਇਸ ਤੋਂ ਕਿਤੇ ਬਹੁਤ ਜ਼ਿਆਦਾ ਜ਼ਿਆਦਾ। ਵੱਡੀ ਹੈ। ਅਤੇ ਇਹਦੇ ਬਾਰੇ ਸਾਡੇ ਜਿਹੜੇ ਜਿਹੜੇ ਸੈਕਟਰ 'ਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਲਈ ਜੀ ਜਿੱਥੇ ਚਲੋ ਵਰਕਰ ਤਾਂ ਆਪਣੀ ਆਵਾਜ਼ ਉਠਾ ਹੀ ਰਹੇ ਨੇ, ਜੀ ਇਹ ਗਵਰਨਮੈਂਟਸ ਦੀ ਜ਼ਿੰਮੇਵਾਰੀ ਹੈ, ਜਿਹੜੇ ਸਾਡੇ ਚੁਣੇ ਹੋਏ ਇਲੈਕਟਡ ਰਿਪਰੈਜ਼ੈਂਟੇਟਿਵ ਨੇ, ਕਿ ਜਿਹੜੇ ਕੋਈ ਲੀਗਲ ਫਰੇਮਵਰਕ ਨੇ ਉਹ ਜਰਾ ਸਹੀ ਹੋਣ ਜੀ ਅਤੇ ਇਹਨਾਂ ਬਾਰੇ ਕੋਈ ਟਾਈਮ 'ਤੇ ਕਾਰਵਾਈ ਹੋਵੇ ਤਾਂ ਹੀ ਰੁਕ ਸਕਦਾ, ਨਹੀਂ ਤਾਂ ਫਿਰ ਇਹੋ ਜਿਹੀਆਂ ਕਹਾਣੀਆਂ ਦਾ ਕੋਈ ਅੰਤ ਨਹੀਂ ਹੈ। ਬਿਲਕੁਲ ਜੀ, ਬਿਲਕੁਲ। ਬਹੁਤ ਸ਼ੁਕਰੀਆ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਜਮੀਲ ਜੀ।